ਜੇ ਮੈਨੂੰ ਇਸ ਵਾਰੀ ਨਹੀਂ ਹੋਇਆ ਤਾਂ ਇਹਨਾਂ ਨੇ ਮੈਨੂੰ ਛੱਡ ਦੇਣਾ ਔਰ ਸੈਕਿੰਡ ਮੈਰਿਜ ਕਰ ਲੈਣੀ। ਸੁਸਾਇਟੀ ਦਾ ਕਲੌਕ ਡਿਫਰੈਂਟ ਹੋ ਗਿਆ, ਰੱਬ ਦਾ ਕਲੌਕ ਅਜੇ ਵੀ ਜਿਹਨੂੰ ਕਹੀਏ ਬਾਇਓਲੋਜੀਕਲ ਕਲੌਕ ਉਹੀ ਹੈ। 28-29 ਸਾਲ ਦੀਆਂ ਕੁੜੀਆਂ ਵੀ ਅਜੇ ਵਿਆਹ ਬਾਰੇ ਸੋਚ ਰਹੀਆਂ। ਬੰਦਿਆਂ ਦੇ ਵਿੱਚ ਮੇਲ ਇਨਫਰਟੀਲਿਟੀ ਕਿਸ ਲੈਵਲ ਦੀ ਹੈਗੀ ਹੈ ਫੀਮੇਲ ਦੇ ਮੁਕਾਬਲੇ? ਯੂ ਵਿਲ ਬੀ ਸਰਪ੍ਰਾਈਜ਼ਡ। ਜਿਨ੍ਹਾਂ ਦੇ ਵਿਆਹ ਹੋ ਗਏ ਹੈ ਉਹ ਕੀ ਗਲਤੀਆਂ ਕਰ ਰਹੇ ਹੈ ਔਰ ਕੀ ਠੀਕ ਕਰ ਸਕਦੇ ਹੈ? ਕੋਈ ਸਵਾਲ ਪੁੱਛਦੀਆਂ, ਵੀਰੇ ਮੋਬਾਈਲ ਯੂਜ਼ ਕਰਦਾ ਹੈ, ਕਿੱਥੇ ਰੱਖਦਾ ਹੈ? ਟਰਾਊਜ਼ਰ ਦੀ ਪਾਕਟ ਦੇ ਵਿੱਚ। ਇਹ ਉਹਦਾ ਇੱਕ ਮੇਨ ਕਾਰਨ ਹੈ। ਲੜਕੀਆਂ ਨੂੰ ਗੋਦਾਮ ਮਿਲਿਆ, ਪਰ ਲੜਕਿਆਂ ਦੇ ਕੋਲ ਫੈਕਟਰੀ ਹੈ। IVF ਸੈਂਟਰ ਜਾਣਾ ਡਸਨਟ ਮੀਨ ਕਿ IVF ਕਰਵਾਉਣਾ। ਮੈਂ ਗੋਲੀਆਂ ਵੀ ਦਿੰਨੀ ਆ, ਠੀਕ ਹੈ, ਮੈਂ ਟੀਕੇ ਵੀ ਲਾਉਂਦੀ ਆ, ਮੈਂ IUI ਵੀ ਕਰਦੀ ਆ। ਮੇਰਾ ਟ੍ਰੀਟਮੈਂਟ ਉਹਦੇ ਤੇ ਡਿਪੈਂਡ ਕਰੇਗਾ ਕਿ ਤੁਹਾਨੂੰ ਪ੍ਰੋਬਲਮ ਕੀ ਹੈ। ਇਸ ਮੀਤਾ ਦਾ ਗਲਤ ਹਸਬੈਂਡ ਦੇ ਨਾਲ ਸੈਂਪਲ ਰੱਖਣ ਦੀ ਕੋਸ਼ਿਸ਼ ਕੀਤੀ ਔਰ RIFD ਉਹਨੇ ਐਕਸੈਪਟ ਹੀ ਨਹੀਂ ਕਰਨਾ। ਕਿਹੜੀਆਂ 5-4 ਗੱਲਾਂ ਹੋਣ ਕਪਲ ਇੱਕ IVF ਸੈਂਟਰ ਜਾਣ ਤੋਂ ਪਹਿਲਾਂ ਜਾਂਚੇ ਆਪਣੇ ਤੌਰ ਤੇ? ਕਿਹੜੀ ਲੈਬ ਹੈ, ਕਿਹੜਾ ਹਸਪੀਟਲ ਹੈ ਜਿਹੜਾ ਕਹੇਗਾ ਅਸੀਂ ਬੈਸਟ ਨਹੀਂ ਹੈ? IVF ਕਰਵਾਉਣ ਦੇ ਲਈ ਜੌਬ ਛੱਡਣੀ ਮੈਂਡੇਟਰੀ ਹੋ ਜਾਂਦੀ ਹੈ, ਉਸ 'ਚ ਮੈਨੇਜ ਕਰ ਸਕਦੇ ਆ। ਸਰ ਸੁਣਨ ਨੂੰ ਮਿਲਦਾ ਹੈ ਕਿ ਟਵਿੰਸ ਪੈਦਾ ਹੋ ਜਾਂਦੇ ਆ, ਜਾਂ ਕਈ ਲੋਕ ਟਵਿੰਸ ਕਰਕੇ ਹੀ ਵੀ IVF ਕਰਵਾਉਂਦੇ ਆ ਕਿ IVF ਤੋਂ ਹੋਇਆ ਬੱਚਾ ਓਨਾ ਹੈਲਦੀ, ਓਨਾ ਇਮਿਊਨ ਰਹੇਗਾ ਲਾਈਫ ਟਾਈਮ ਤੱਕ ਜਾਂ ਨਹੀਂ ਰਹੇਗਾ? ਫੋਰ ਐਗਜ਼ਾਮਪਲ ਕਿ ਸਾਡੇ ਸ਼ੋਅ ਕੋਈ ਦੇਖ ਰਿਹਾ ਉਹ ਕਹੇਗਾ ਹੁਣ ਡਿਸੀਜਨ ਲੈਣਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਵੀ ਕਿੱਥੇ ਜਾਣਾ, ਉਹ ਜਾਵੇ ਕਿੱਥੇ? ਤੁਸੀਂ ਦਲੀਪ ਜੀ ਹੋਮਵਰਕ ਵਧੀਆ ਕੀਤਾ ਆਪਣਾ। PTC ਨਿਊਜ਼ ਦੇ ਇਸ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਦਲੀਪ ਸਿੰਘ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਬਾਰੇ ਜੋ ਸਮਾਜ ਦੇ ਵਿੱਚ ਚਰਚਾ ਦਾ ਵਿਸ਼ਾ ਤਾਂ ਬਣਿਆ ਹੀ ਹੋਇਆ ਹੈ, ਪਰ ਖੁੱਲ੍ਹੇ ਤੌਰ ਤੇ ਲੋਕ ਗੱਲ ਨਹੀਂ ਕਰਦੇ। ਇਸ ਕਰਕੇ ਸ਼ਾਇਦ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਲਿਆਉਣ ਦੇ ਵਿੱਚ ਜਾਂ ਤਾਂ ਖੁੰਝ ਜਾਂਦੇ ਨੇ ਜਾਂ ਤਾਂ ਲੇਟ ਹੋ ਜਾਂਦੇ ਨੇ। ਮੈਂ ਗੱਲ ਕਰਨ ਜਾ ਰਿਹਾ IVF ਦੇ ਇਸ ਪੂਰੇ ਮਸਲੇ ਦੇ ਉੱਪਰ ਕਿ IVF ਕਿਵੇਂ ਹੁੰਦਾ ਹੈ, ਕਿਉਂ ਕਰਵਾਉਣਾ ਚਾਹੀਦਾ, ਕੌਣ-ਕੌਣ ਕਰਵਾ ਸਕਦਾ, ਕਿੰਨੀ ਏਜ 'ਚ ਕਰਵਾ ਸਕਦਾ ਹੈ, ਅਤੇ ਇਹ ਟੈਕਨੋਲੋਜੀ ਤੁਹਾਨੂੰ ਕਿਸ ਤਰ੍ਹਾਂ ਬਲੈਸ ਕਰ ਸਕਦੀ ਹੈ, ਕਿਸ ਤਰ੍ਹਾਂ ਤੁਹਾਡੀਆਂ ਖੁਸ਼ੀਆਂ ਹੋਰ ਵੀ ਵਧਾ ਸਕਦੀ ਹੈ। ਇਸੇ ਮੁੱਦੇ 'ਤੇ ਅੱਜ ਮੈਂ ਗੱਲ ਕਰਨ ਜਾ ਰਿਹਾ। ਡਾਕਟਰ ਰੀਮਾ ਸਰਕਾਰ ਮੇਰੇ ਨਾਲ ਹੋਣਗੇ, ਉਹਨਾਂ ਦੇ ਨਾਲ ਇਸ ਅਹਿਮ ਮੁੱਦੇ ਦੇ ਉੱਪਰ ਅੱਜ ਵਿਸਥਾਰ 'ਚ ਚਰਚਾ ਹੋਏਗੀ। ਡਾਕਟਰ ਰੀਮਾ ਬਾਰੇ ਮੈਂ ਦੱਸ ਦਿਆਂ ਕਿਉਂਕਿ ਉਹਨਾਂ ਨੂੰ ਇਸ ਸ਼ੋਅ ਦੇ ਵਿੱਚ ਬੁਲਾਉਣ ਦਾ ਕਾਰਨ ਕੀ ਰਿਹਾ ਹੈ, ਕਿਉਂਕਿ ਉਹ ਇੰਦਰਾ IVF ਨੌਰਥ ਜੋ ਜ਼ੋਨ ਹੈ ਉਸ ਦੇ ਡਾਇਰੈਕਟਰ ਨੇ। ਇਹਨਾਂ ਦੇ ਅੰਡਰ ਚੰਡੀਗੜ੍ਹ ਅਤੇ ਦੇਹਰਾਦੂਨ ਦਾ ਜੋ ਸੈਂਟਰ ਹੈ ਉਹ ਚਲਾਇਆ ਜਾਂਦਾ ਹੈ। ਜੇਕਰ ਚੰਡੀਗੜ੍ਹ ਅਤੇ ਦੇਹਰਾਦੂਨ ਦੇ ਅਜਿਹੀਆਂ ਪ੍ਰੋਮੀਨੈਂਟ ਸਿਟੀਜ਼ ਦਾ ਸੈਂਟਰ ਉਹ ਚਲਾਉਂਦੇ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਕੋਲ ਐਕਸਪਰਟੀਜ਼ ਨੈਕਸਟ ਲੈਵਲ ਹੋਏਗੀ। ਇਸ ਕਰਕੇ ਉਹਨਾਂ ਨੂੰ ਇਸ ਸ਼ੋਅ ਦੇ ਵਿੱਚ ਅਸੀਂ ਅੱਜ ਬੁਲਾਇਆ ਅਤੇ ਉਹਨਾਂ ਤੋਂ IVF ਬਾਰੇ ਅੱਜ ਅਸੀਂ ਉਹ ਹਰ ਇੱਕ ਸਵਾਲ 'ਤੇ ਤੁਹਾਡੇ ਤੋਂ ਮੈਂ ਜਵਾਬ ਲੈਣਾ ਚਾਹੂੰਗਾ ਜੋ ਲੋਕ ਆਪਣੇ ਸ਼ਾਇਦ ਪਰਿਵਾਰ 'ਚ ਵੀ ਗੱਲ ਕਰਨਾ ਨਹੀਂ ਮੁਨਾਸਿਬ ਸਮਝਦੇ, ਫਿਰ ਜੇ ਖੁੱਲ੍ਹਦੇ ਨਹੀਂ ਤਾਂ ਫਿਰ ਡਾਕਟਰ ਕੋਲ ਵੀ ਜਾਣ 'ਚ ਲੇਟ ਹੋ ਜਾਂਦੇ ਆ। ਇਹ ਸਮੱਸਿਆ ਹੁਣ ਇਹਨਾਂ ਸਾਲਾਂ ਦੇ ਵਿੱਚ ਕਿਉਂ ਵੱਧ ਰਹੀ ਹੈ ਔਰ ਤੁਸੀਂ ਕਿਸ ਤਰ੍ਹਾਂ ਦੇ ਪੈਟਰਨ ਨੂੰ ਨੋਟ ਕਰ ਰਹੇ ਹੋ? ਬਹੁਤ ਹੀ ਵਧੀਆ ਸਵਾਲ ਤੁਸੀਂ ਸ਼ੁਰੂਆਤ ਵਿੱਚ ਹੀ ਚੁੱਕਿਆ ਹੈ। ਇਹ ਬਿਲਕੁਲ ਸਹੀ ਗੱਲ ਹੈ ਕਿ ਪ੍ਰੋਬਲਮ ਵੱਧ ਰਹੀ ਹੈ ਔਰ ਕਦੋਂ ਤੱਕ ਨਜ਼ਰਅੰਦਾਜ਼ ਕਰੋਗੇ। ਸਭ ਪਹਿਲਾਂ ਅਸੀਂ ਕੀ ਹੁੰਦਾ ਸੀ, 18 ਸਾਲ 19 ਸਾਲ 'ਤੇ ਵਿਆਹ ਹੋ ਜਾਂਦਾ ਸੀ, 21-22 'ਤੇ ਪਹਿਲਾ ਬੱਚਾ ਹੋ ਗਿਆ, 25-26 'ਤੇ ਦੂਜਾ ਬੱਚਾ ਹੋ ਗਿਆ, 29-30 'ਤੇ ਅਸੀਂ ਟਿਊਬਲ ਲਾਈਗੇਸ਼ਨ ਕਰ ਦਿੰਦੀ ਸੀ, ਫੈਮਿਲੀ ਪਲੈਨਿੰਗ ਦੇ ਪ੍ਰੋਸੀਜਰਸ ਕਰੀਦੇ ਸੀ। ਅਤੇ ਆਪਣੇ ਜਿਹੜੇ ਪਹਿਲੀ ਜਨਰੇਸ਼ਨ ਹੈ ਉਹਨਾਂ ਨੇ ਉਹੀ ਟਾਈਮ ਦੇਖਿਆ ਹੈ। ਇਸ ਕਰਕੇ ਉਹਨਾਂ ਵਾਸਤੇ ਇਹ ਸਮਝ ਪਾਉਣਾ ਕਿ ਐਕਚੁਅਲੀ ਨੇਚਰ ਦਾ ਰੂਲ ਹੈ, ਇੱਕ ਫੀਮੇਲ ਔਰ ਇੱਕ ਮੇਲ ਜਦੋਂ ਨੇੜੇ ਆਉਣਗੇ ਪ੍ਰੈਗਨੈਂਸੀ ਆਏਗੀ, ਦਿਸ ਇਜ਼ ਨੇਚਰਸ ਰੂਲ। ਅਤੇ ਇੱਦਾਂ ਨਹੀਂ ਵੀ ਹੋ ਸਕਦਾ। ਇਹ ਬਹੁਤ ਸਾਰੇ ਲੋਕਾਂ ਵਾਸਤੇ ਅਜੇ ਵੀ ਐਕਸੈਪਟ ਕਰਨਾ ਮੁਸ਼ਕਿਲ ਹੋ ਸਕਦਾ ਹੈ। ਈਵਨ ਫॉर ਮੀ ਇਟ ਵਾਜ਼ ਵੈਰੀ ਡਿਫਿਕਲਟ। ਜਦੋਂ ਅਸੀਂ ਸ਼ੁਰੂਆਤ ਮੈਂ ਆਪਣੇ ਕਰੀਅਰ ਦੀ ਕੀਤੀ ਸੀ, ਅਸੀਂ ਜੋ ਰਿਪੋਰਟਾਂ ਦੇਖੀ ਦੀਆਂ ਸੀ ਮੇਲਸ ਦੀਆਂ ਜਾਂ ਫੀਮੇਲਸ ਦੀਆਂ, ਉਹ ਹੁਣ ਉਹਦੇ ਤੋਂ ਕਿੰਨਾ ਡਿਫਰੈਂਟ ਹੋ ਗਿਆ ਇਹਨਾਂ 10 ਸਾਲਾਂ ਦੇ ਵਿੱਚ। ਇਹ ਸੀ ਲਾਸਟ ਡੈਕੇਡ ਦੇ ਵਿੱਚ ਕੀ ਡਿਫਰੈਂਸਿਸ ਆ ਗਏ। ਅੱਜ ਕੱਲ੍ਹ ਇਨਫਰਟੀਲਿਟੀ ਇਜ਼ ਨਾਟ ਇਨਫੈਕਸ਼ਨ ਔਰ ਐਨੀਥਿੰਗ ਐਲਸ ਰਿਲੇਟਡ। ਅੱਜ ਕੱਲ੍ਹ ਦੀ ਇਨਫਰਟੀਲਿਟੀ ਲਾਈਫ ਸਟਾਈਲ ਰਿਲੇਟਡ ਹੈ। ਉਹ ਲਾਈਫ ਸਟਾਈਲ ਦੇ ਵਿੱਚ ਕੀ ਆ ਗਿਆ? ਸਭ ਤੋਂ ਪਹਿਲਾਂ ਤਾਂ ਇਹ ਕਿ ਵੀ ਫੈਮਿਲੀ ਸਟਾਰਟ ਕਰਨੀ ਹੈ ਤਾਂ ਆਪਣਾ ਫੋਕਸ ਕਰੀਅਰ ਵੱਲ ਚਲਾ ਗਿਆ। ਅਗੇਨ ਮੈਂ ਜਜਮੈਂਟਲ ਨਹੀਂ ਹੋ ਰਹੀ, ਮੈਂ ਕਿਸੇ ਨੂੰ ਜੱਜ ਨਹੀਂ ਕਰ ਰਹੀ, ਮੈਂ ਆਪ ਵੀ ਇੱਕ ਕਰੀਅਰ ਵੂਮਨ ਹਾਂ, ਬਟ ਹਾਂ ਮੈਂ ਉਹ ਪੁਆਇੰਟ ਆਊਟ ਕਰ ਰਹੀ ਹਾਂ ਉਹ ਚੇਂਜ ਜੋ ਸਾਡੀ ਸੁਸਾਇਟੀ ਨੇ ਲਾਸਟ ਡੈਕੇਡ ਦੇ ਵਿੱਚ ਦੇਖੀ ਹੈ। ਜ਼ਿਆਦਾ ਤੋਂ ਜ਼ਿਆਦਾ ਕੁੜੀਆਂ ਹੁਣ ਅੱਗੇ ਆ ਰਹੀਆਂ ਨੇ ਹਾਇਰ ਐਜੂਕੇਸ਼ਨ ਵਾਸਤੇ, ਕਰੀਅਰ ਚਾਹੀਦਾ ਉਹਨਾਂ ਨੂੰ ਵਿਚ ਇਜ਼ ਫੇਅਰ ਇਨਫ, ਠੀਕ ਹੈ। ਬਟ ਫਿਰ ਉਹਦੇ ਨਾਲ ਕੀ ਹੋਇਆ ਕਿ ਸਾਡਾ ਸੁਸਾਇਟੀ ਦਾ ਕਲੌਕ ਡਿਫਰੈਂਟ ਹੋ ਗਿਆ, ਰੱਬ ਦਾ ਕਲੌਕ ਅਜੇ ਵੀ ਜਿਹਨੂੰ ਕਹੀਏ ਬਾਇਓਲੋਜੀਕਲ ਕਲੌਕ ਉਹੀ ਹੈ, ਠੀਕ ਹੈ। ਸੋ ਉਹ ਹੁਣ ਵਿਆਹ ਕਦੋਂ ਹੁੰਦੇ ਨੇ? 28-29 'ਤੇ ਤਾਂ ਜਾ ਕੇ ਕੁੜੀਆਂ ਸੋਚਣਾ ਸ਼ੁਰੂ ਕਰਦੀਆਂ, ਜਾਂ ਈਵਨ ਮੈਂ ਆਪਣੇ OPD ਵਿੱਚ ਵੀ ਦੇਖਦੀ ਹਾਂ 28-29 ਸਾਲ ਦੀਆਂ ਕੁੜੀਆਂ ਵੀ ਅਜੇ ਵਿਆਹ ਬਾਰੇ ਸੋਚ ਰਹੀਆਂ, ਠੀਕ ਹੈ। ਪਹਿਲਾ ਬੱਚਾ ਆਉਂਦੇ 31-32 ਹੋ ਗਿਆ ਔਰ ਤੇ ਦੂਸਰੇ ਬੱਚੇ ਦਾ ਟਾਈਮ ਹੀ ਨਹੀਂ ਬਚਿਆ। ਸਾਡੀ ਸੁਸਾਇਟੀ ਦੇ ਵਿੱਚ
ਫੀਮੇਲ ਇਨਫਰਟੀਲਿਟੀ ਦੀ ਗੱਲ ਬਹੁਤ ਹੁੰਦੀ ਹੈ। ਰੂਰਲ ਇਲਾਕੇ 'ਚ ਅਸੀਂ ਚਲੇ ਜਾਈਏ ਤਾਂ ਲੋਕ ਕਹਿਣਗੇ ਸ਼ਾਇਦ ਲੜਕੀ 'ਚ ਕੋਈ ਕਮੀ ਹੋਏਗੀ, ਜਾਂ ਦੋਨੇ ਕਪਲਸ ਨੂੰ ਤੁਸੀਂ ਦੇਖੋਗੇ ਤਾਂ ਪਹਿਲਾਂ ਲੋਕਾਂ ਦੀ ਗਰਦਨ ਲੜਕੀ ਵੱਲ ਜਾਏਗੀ ਕਿ ਸ਼ਾਇਦ ਇਹਦੇ 'ਚ ਕੋਈ ਕਮੀ ਹੋਏਗੀ। ਬੰਦਿਆਂ ਦੇ ਵਿੱਚ ਮੇਲ ਇਨਫਰਟੀਲਿਟੀ ਕਿਸ ਲੈਵਲ ਦੀ ਹੈਗੀ ਹੈ ਫੀਮੇਲ ਦੇ ਮੁਕਾਬਲੇ, ਔਰ ਕੀ ਸਾਨੂੰ ਇਸ 'ਤੇ ਸੀਰੀਅਸਲੀ ਸੋਚਣ ਦੀ ਲੋੜ ਹੈ? ਐਕਚੁਅਲੀ ਜਦੋਂ ਮੈਂ ਡਿਸਾਈਡ ਕੀਤਾ ਨਾ ਇਸ ਪੋਡਕਾਸਟ ਵਾਸਤੇ, ਜਾਂ ਮੈਨੂੰ ਲੱਗਦਾ ਕਿ ਮੈਨੂੰ ਸੋਸ਼ਲੀ ਬੋਲਣਾ ਚਾਹੀਦਾ ਹੈ, ਤੇ ਮੇਨ ਇਹੀ ਸੀ ਬਿਕਾਜ਼ ਮੈਂ ਮੇਲ ਇਨਫਰਟੀਲਿਟੀ ਵੱਲ ਹੀ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੀ ਹਾਂ। ਤੇ ਲੈਟ ਮੀ ਕਰੈਕਟ ਯੂ, ਸੌਰੀ, ਬਟ ਜੋ ਤੁਸੀਂ ਕਿਹਾ ਪਿੰਡਾਂ ਵਿੱਚ ਇਹ ਗੱਲ ਹੁੰਦੀ ਹੈ, ਯੂ ਵਿਲ ਬੀ ਸਰਪ੍ਰਾਈਜ਼ਡ। ਇਹ ਗੱਲ ਪਿੰਡਾਂ 'ਚ ਹੀ ਨਹੀਂ, ਇਹ ਅਰਬਨ ਲੋਕ ਵੀ ਉਹੀ ਮੰਨਦੇ ਨੇ, ਠੀਕ ਹੈ। ਐਂਡ ਇਟਸ ਨਾਟ ਈਵਨ ਲੋਅਰ ਸੋਸ਼ੋ ਇਕਨੋਮਿਕ, ਈਵਨ ਐਫਲੂਐਂਟ ਲੋਕਾਂ ਦੇ ਵਿੱਚ ਵੀ, ਇਹ ਫੈਮਲੀਜ਼ ਦੇ ਵਿੱਚ ਵੀ ਇਹੀ ਗੱਲ ਚੱਲਦੀ ਹੈ ਕਿ ਵੀ ਇਨਫਰਟੀਲਿਟੀ ਦਾ ਮਤਲਬ ਜਨਾਨਾ ਪ੍ਰੋਬਲਮ ਹੋਏਗੀ। ਸੋ ਵੀ ਯੂਜ਼ ਟੂ ਸੀ ਸਾਡੀ OPD ਦੇ ਵਿੱਚ ਕਿ ਪ੍ਰੈਗਨੈਂਸੀ ਨਹੀਂ ਆ ਰਹੀ। ਆਫ ਕੋਰਸ ਟਾਈਮਸ ਚੇਂਜ ਹੋ ਰਹੇ ਨੇ, ਪਰ ਮੈਂ ਉਹ ਟਾਈਮ ਦੇਖਿਆ ਜਦੋਂ ਸੱਸ ਆਉਂਦੀ ਸੀ ਨਾਲ ਕਿ ਇਹਨੂੰ ਨਹੀਂ ਆ ਰਹੀ, ਠੀਕ ਹੈ। ਐਂਡ ਇਟ ਟੁੱਕ ਅਸ ਅ ਲੋਟ ਆਫ ਐਫਰਟ, ਬਹੁਤ ਸਾਰਾ ਕੁਝ ਸਮਝਾਉਣਾ ਪਿਆ ਕਿ ਇਹਨੂੰ ਨਹੀਂ, ਇਹਦੇ ਨਾਲ ਇਹਦੇ ਹਸਬੈਂਡ, ਇਸ ਪੂਰੇ ਕਪਲ ਨੂੰ ਪ੍ਰੈਗਨੈਂਸੀ ਨਹੀਂ ਆ ਰਹੀ, ਠੀਕ ਹੈ ਨਾ। ਜੇ 30% ਕਾਰਨ ਹੀ ਜੇ 100 ਵਿੱਚੋਂ ਦੇਖੀਏ ਤਾਂ ਫੀਮੇਲ ਰਿਲੇਟਡ ਨੇ, 30% ਕਾਰਨ ਮੇਲ ਰਿਲੇਟਡ ਵੀ ਹੈ, ਅੱਛਾ, ਠੀਕ ਹੈ। ਬਾਕੀ ਦੇ 30% ਦੇ ਵਿੱਚ ਮੇਲ ਔਰ ਫੀਮੇਲ ਦੋਨੋਂ ਕਾਰਨ ਦੇਖੇ ਜਾਂਦੇ ਨੇ, ਤੇ 10% ਇੱਦਾਂ ਦੇ ਹੁੰਦੇ ਨੇ ਜਿਹਦੇ ਵਿੱਚ ਉੱਪਰੀ ਸਾਨੂੰ ਕਾਰਨ ਨਹੀਂ ਸਮਝ ਆਉਂਦਾ, ਔਰ ਹੋਰ ਟੈਸਟ ਡੀਪਰ ਕਰਨ ਤੋਂ ਬਾਅਦ ਪਤਾ ਲੱਗਦਾ, ਜਿਹਨੂੰ ਅਸੀਂ ਅਨਐਕਸਪਲੇਨਡ ਕਹਿੰਦੇ ਹਾਂ। ਪਰ ਵਿਚ ਮੀਨਸ ਕਿ ਸਿੱਧਾ 30+30 60% ਆਲਮੋਸਟ ਕਾਰਨਾਂ ਦੇ ਵਿੱਚ ਮੇਲ ਇਨਫਰਟੀਲਿਟੀ ਕੋਈ ਨਾ ਕੋਈ ਕਾਰਨ ਪਲੇ ਕਰਦੀ ਹੈ, ਰੋਲ ਪਲੇ ਕਰਦੀ ਹੈ, ਅੱਛਾ, ਠੀਕ ਹੈ ਨਾ। ਜੇ ਮੈਂ ਤੁਹਾਨੂੰ WHO ਦੇ ਅੰਕੜੇ ਦੱਸਾਂ, WHO ਵਰਲਡ ਵਾਈਡ ਮੰਨੀ ਜਾਂਦੀ ਹੈ ਇੱਕ ਅਥਾਰਟੀ ਹੈਲਥ 'ਤੇ। 1980 ਦੇ ਵਿੱਚ ਜਿਹੜੇ ਉਹ ਨਾਰਮਲ ਪੈਰਾਮੀਟਰਸ ਦਿੰਦੇ ਸੀ ਉਸ ਡੈਕੇਡ ਦੇ ਵਿੱਚ ਸੀਮਨ ਦੇ, ਉਹ ਕਰੀਬ 100 ਮਿਲੀਅਨ ਜਾਂ ਉਸ ਤੋਂ ਉੱਪਰ ਹੁੰਦੇ ਸੀ, ਤੇ ਆਲਮੋਸਟ 80% ਉਹ ਕਹਿੰਦੇ ਸੀ ਕਿ ਇਹਨਾਂ ਦੇ ਵਿੱਚੋਂ ਨਾਰਮਲ ਦੇਖਣ ਵਾਲੇ ਸਪਰਮਸ ਜਾਂ ਹੈਲਦੀ ਸਪਰਮਸ ਹੋਣੇ ਚਾਹੀਦੇ ਨੇ। ਹੁਣ ਉਹ ਘੱਟਦੇ 80 ਦੇ ਦਸ਼ਕ ਤੋਂ ਅੱਜ ਅਸੀਂ 2026 ਦੇ ਵਿੱਚ ਆ, ਅੱਜ ਤੋਂ 2-3 ਸਾਲ ਪਹਿਲਾਂ WHO ਨੇ ਜੋ ਪੈਰਾਮੀਟਰਸ ਦਿੱਤੇ ਉਹ ਰਿਵਾਈਜ਼ ਕਰਦੇ ਰਹਿੰਦੇ ਨੇ। ਉਹ ਕਹਿੰਦੇ ਨੇ ਕਿੱਥੇ 100 ਮਿਲੀਅਨ ਤੋਂ ਉੱਪਰ, ਉਹ ਕਹਿੰਦੇ ਕਿੱਥੇ 15-16 ਮਿਲੀਅਨ ਵੀ ਜੇ ਤਾਂ ਕਿਸੇ ਕੋਲ ਹੈਗੇ ਉਹ ਵੀ ਨਾਰਮਲ ਵਿੱਚ ਲੈ ਲਿਆ ਉਹਨਾਂ ਨੇ। ਤੁਸੀਂ ਡਿਕਲਾਈਨ ਦੇਖ ਰਹੇ ਹੋ। ਮਤਲਬ ਈਵਨ ਜਦੋਂ ਅਸੀਂ ਵੀ ਸ਼ੁਰੂਆਤ ਦੇਖੀ ਸੀ ਕੀਤੀ ਸੀ ਕਰੀਅਰ ਦੀ, ਉਦੋਂ ਰਿਪੋਰਟਾਂ ਆਉਂਦੀਆਂ ਸੀ ਕਿਸੇ ਦਾ 100 ਮਿਲੀਅਨ, ਕਿਸੇ ਦਾ 80 ਮਿਲੀਅਨ ਕਾਊਂਟ ਆਉਂਦਾ ਸੀ। ਹੁਣ ਤਾਂ ਉਹ ਦੇਖੀਦਾ ਹੀ ਨਹੀਂ। 20-25 ਵੀ ਕਿਸੇ ਦਾ ਆ ਜਾਂਦਾ ਤਾਂ ਅਸੀਂ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ, ਤੁਹਾਨੂੰ ਹੋਪ ਮਿਲ ਜਾਂਦੀ ਵੀ ਠੀਕ ਹੈ, ਕਿ ਬਈ ਠੀਕ ਹੈ ਨਾ। ਔਰ ਕਿੱਥੇ 80% ਤੋਂ ਉੱਪਰ ਹੈਲਦੀ ਹੋਣੇ ਚਾਹੀਦੇ ਸੀ, ਹੁਣ ਉਹ ਕਹਿੰਦਾ WHO 4% ਵੀ ਹੈਲਦੀ ਹੈ ਤਾਂ ਵੀ ਨਾਰਮਲ ਹੈ। ਜਦੋਂ ਮੇਲ ਨੂੰ ਤੁਸੀਂ ਦੱਸਦੇ ਹੋ ਕਿ ਭਾਈ ਮੇਲ ਇਨਫਰਟੀਲਿਟੀ ਹੈਗੀ ਹੈ, ਤੁਸੀਂ ਭਾਈ ਸਾਹਿਬ ਆਪਣੇ ਵਾਈਫ ਵੱਲ ਨਾ ਦੇਖ ਕੇ ਪਹਿਲਾਂ ਆਪਣੇ ਵੱਲ ਦੇਖੋ, ਹੈਰਾਨ ਹੁੰਦੇ ਸੋਸਾਇਟੀ ਸਾਡੀ ਉਸ ਲੈਵਲ 'ਤੇ ਕਿੱਥੇ ਖੜੀ ਹੈ। ਜੇ ਮੈਂ ਟੂ ਬੀ ਟਰੂਥਫੁਲ ਹੋਵਾਂ, ਅੱਜ ਕਾਫੀ ਹੱਦ ਤੱਕ ਐਕਸੈਪਟੈਂਸ ਆਉਣੀ ਸ਼ੁਰੂ ਹੋ ਗਈ ਹੈ, ਠੀਕ ਹੈ। ਸ਼ੁਰੂਆਤ ਵਿੱਚ ਨਹੀਂ ਸੀ ਹੁੰਦੀ, ਠੀਕ ਹੈ। ਲੇਡੀਜ਼ ਹੀ ਨਹੀਂ, ਮਤਲਬ ਮਦਰ ਇਨ ਲਾਜ਼ ਹੀ ਨਹੀਂ ਐਕਸੈਪਟ ਕਰਦੀਆਂ ਸੀ, ਉਹਨੂੰ ਕਿਉਂ ਲੈ ਕੇ ਆਉਣਾ। ਲਾਈਕ ਸੀਮਨ ਦਾ ਟੈਸਟ ਦਿਵਾਉਣਾ ਇੱਕ ਬਹੁਤ ਵੱਡੀ ਐਫਰਟ ਲੱਗਦਾ ਸੀ ਕਿ ਨਹੀਂ ਉਹਨੂੰ ਲੈ ਕੇ ਆਉਣਾ, ਉਹਨੂੰ ਲੈ ਕੇ ਆਉਣਾ। ਥੈਂਕਫੁਲੀ ਜੋ ਵੀ IVF ਦੇ ਬਾਰੇ ਜਾਗਰੂਕਤਾ ਆਈ ਹੈ ਇਸ ਲਾਸਟ ਡੈਕੇਡ ਦੇ ਵਿੱਚ, ਹੁਣ ਕਪਲਸ ਕਾਫੀ ਹੱਦ ਤੱਕ ਇਕੱਠੇ ਵੀ ਆਉਂਦੇ ਨੇ, ਠੀਕ ਹੈ, ਓਪਨ ਵੀ ਹੁੰਦੇ ਨੇ ਸੀਮਨ ਐਨਾਲਿਸਿਸ ਕਰਾਉਣ ਵਿੱਚ। ਹਾਂ, ਆਫ ਕੋਰਸ ਅਜੇ ਵੀ ਇਸ ਤਰ੍ਹਾਂ ਦਾ ਤਬਕਾ ਹੈਗਾ ਜਿਹਦੇ ਉੱਤੇ ਸਾਨੂੰ ਜ਼ੋਰ ਲਾਉਣਾ ਪੈਂਦਾ ਹੈ, ਬਟ ਮੈਜੋਰਿਟੀ ਹੁਣ ਦਲੀਪ ਜੀ ਥੈਂਕਫੁਲੀ ਅਸੀਂ ਉੱਥੇ ਤਾਂ ਆ ਗਏ ਕਿ ਲੋਕਾਂ ਨੇ ਐਕਸੈਪਟ ਤਾਂ ਕਰਨਾ ਸ਼ੁਰੂ ਕਰ ਦਿੱਤਾ, ਘੱਟ ਤੋਂ ਘੱਟ ਕਪਲ ਆਪਸ ਇੱਕ ਦੂਜੇ ਨੂੰ ਸਮਝ ਕੇ ਆ ਰਹੇ ਨੇ। ਇਟ ਹੈਜ਼ ਇਨਕਰੀਜ਼ਡ। ਅਸੀਂ ਜੋ ਕਹਿ ਰਹੇ ਹਾਂ ਉਹ ਸਿਰਫ ਗੱਲਾਂ ਨਹੀਂ ਰਹਿ ਗਈਆਂ, ਫੈਕਟਸ ਦੱਸਦੇ ਨੇ, ਸਟੱਡੀਜ਼ ਦੱਸਦੀਆਂ ਨੇ। ਅੱਜ ਕੱਲ੍ਹ ਜੋ ਸਾਡਾ ਖਾਣ ਪਾਨ ਬਦਲਿਆ ਹੈ ਨਾ, ਜੋ ਪਹਿਲਾਂ ਜੋ ਨੈਚੁਰਲ ਚੀਜ਼ਾਂ ਖਾਂਦੇ ਸੀ, ਹੁਣ ਉਹ ਜਿਹੜੇ ਕੈਂਡ ਖਾਂਦੇ ਹੋ, ਪ੍ਰੈਜ਼ਰਵੇਟਿਵਸ ਖਾ ਰਹੇ ਹੋ ਤੁਸੀਂ, ਠੀਕ ਹੈ, ਉਹ ਅੱਜ ਤੋਂ ਨਹੀਂ ਖਾ ਰਹੇ। ਜਦੋਂ ਦੀ ਮੈਂ ਛੋਟੀ ਹਾਂ, ਮਤਲਬ ਆਲਮੋਸਟ 20-30 ਸਾਲ ਤਾਂ ਹੋ ਗਏ। ਆ ਜਿਹੜੇ ਟੈਫਲੌਨ ਦੇ ਪੈਨ, ਫਰਾਈਂਗ ਪੈਨ ਅਸੀਂ ਯੂਜ਼ ਕਰੀਦੇ ਨੇ, ਹੈ ਨਾ, ਇਹ ਸਾਰੇ ਕਨਵੀਨੀਅੰਟ ਤਾਂ ਹੋ ਗਏ ਨੇ, ਪਰ ਇਹਨਾਂ ਦੇ ਵਿੱਚ ਜਿਹੜੇ ਮਾਈਕਰੋ ਪਲਾਸਟਿਕਸ ਨੇ ਉਹ ਸਾਰੇ ਕਿੰਨਾ ਜ਼ਿਆਦਾ ਹੈਲਥ ਦੇ ਉੱਤੇ ਅਸਰ ਪਾ ਰਹੇ ਨੇ ਸਾਡੇ ਉੱਤੇ। ਮੈਂ ਇਸ 'ਤੇ ਹੀ ਆਉਂਗਾ, ਬੜੀ ਇੰਪੋਰਟੈਂਟ ਗੱਲ ਤੁਸੀਂ ਛੇੜੀ ਹੈ। ਜਿਨ੍ਹਾਂ ਦੇ ਵਿਆਹ ਹੋ ਗਏ ਹੈ, ਜਿਹੜੇ ਹਜੇ ਫੈਮਿਲੀ ਪਲਾਨਿੰਗ ਨੂੰ ਨਹੀਂ ਸੋਚ ਰਹੇ, ਜਾਂ ਜਿਹੜੇ ਹੁਣ ਘਰੋਂ ਦਬਾਅ ਪੈ ਰਿਹਾ, ਕੁੜੀ ਹੋ ਚਾਹੇ ਮੁੰਡਾ ਹੋਏ, ਕਿ ਭਾਈ ਹੁਣ ਵਿਆਹ ਕਰਾ ਲਓ, ਉਹਨਾਂ ਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਕਿਸ ਤਰ੍ਹਾਂ ਦੇ ਚੇਂਜਸ ਲਿਆਉਣੇ ਚਾਹੀਦੇ, ਉਹ ਕੀ ਗਲਤੀਆਂ ਕਰ ਰਹੇ ਹੈ ਔਰ ਕੀ ਠੀਕ ਕਰ ਸਕਦੇ ਹੈ? ਹਾਂ, ਮੈਂ ਆਪਣਾ ਹੀ ਤੁਹਾਨੂੰ ਆਪਣੇ ਘਰ ਦਾ ਹੀ ਦੱਸਾਂ ਤਾਂ ਪਹਿਲਾਂ ਅਸੀਂ ਵੀ ਉਹੀ ਜੋ ਟ੍ਰੈਂਡ ਸੀ ਕਿ ਕੈਮੀਕਲਸ
ਬਹੁਤ ਜ਼ਿਆਦਾ ਆ ਗਏ ਨੇ, ਹਰ ਚੀਜ਼ ਦੇ ਵਿੱਚ ਹੀ ਆ ਗਏ ਨੇ। ਜੀ ਉਹ ਅਸੀਂ ਕਿਉਂ ਐਕਸੈਪਟ ਕੀਤੇ? ਕਿਉਂਕਿ ਜਿਹੜੇ ਵੇਚ ਰਹੇ ਸੀ ਉਹਨਾਂ ਨੇ ਆਪਣੀ ਮਾਰਕੀਟਿੰਗ ਕਨਵੀਨੀਅੰਸ ਦੇ ਨਾਂ 'ਤੇ ਕੀਤੀ। ਦੇ ਵਰ ਨਾਟ ਟਾਕਿੰਗ ਅਬਾਊਟ ਕਿ ਇਹਨਾਂ ਦੇ ਕੋਈ ਸਾਈਡ ਇਫੈਕਟ ਜਾਂ ਹਾਰਮਫੁਲ ਇਫੈਕਟ ਵੀ ਹੋ ਸਕਦੇ ਨੇ। ਠੀਕ ਹੈ, ਪਹਿਲੀ ਚੀਜ਼ਾਂ ਜਿਹੜੀਆਂ ਔਖੀਆਂ ਹੁੰਦੀਆਂ ਸੀ, ਹੱਥ ਨਾਲ ਸਾਰਾ ਕੁਝ ਕਰਨਾ, ਫਿਰ ਮਕੈਨੀਕਲ ਹੋ ਗਿਆ, ਫਿਰ ਹੋਰ ਚੀਜ਼ਾਂ, ਮਤਲਬ ਹੁਣ ਜਿਵੇਂ ਪੈਨ ਦੀ ਮੈਂ ਗੱਲ ਕਰ ਰਹੀ ਹਾਂ, ਮਾਈਕ੍ਰੋਵੇਵ ਦੀ ਹੀਟਿੰਗ ਦੀ ਮੈਂ ਗੱਲ ਕਰ ਰਹੀ ਹਾਂ, ਜਾਂ ਕਾਸਮੈਟਿਕਸ ਦੀ ਮੈਂ ਗੱਲ ਕਰ ਰਹੀ ਹਾਂ, ਜਾਂ ਕੱਪੜੇ ਜਿਹੜੇ ਗਾਰਮੈਂਟਸ ਪਹਿਲਾਂ ਕਾਟਨ ਦੇ ਹੁੰਦੇ ਸੀ, ਹੁਣ ਜਿਹੜੇ ਸਿੰਥੈਟਿਕ ਆ ਗਏ ਨੇ, ਕਿੰਨਾ ਕੁਝ ਬਦਲ ਗਿਆ। ਠੀਕ ਹੈ, ਉਹ ਕਨਵੀਨੀਅੰਟ ਹੋ ਗਿਆ, ਐਸਥੈਟਿਕਲੀ ਜ਼ਿਆਦਾ ਸੋਹਣਾ ਲੱਗਦਾ ਹੈ। ਠੀਕ ਹੈ, ਪਰ ਟੂ ਬੀ ਟਰੂਥਫੁਲ ਜੇ ਮੈਂ ਸਲਾਹ ਦੇਣੀ ਹੋਵੇ ਤਾਂ ਜਿਹੜੇ ਸਾਡੇ ਪਹਿਲੇ ਜਿਹੜੇ 70s ਦੇ ਜਾਂ ਅਰਲੀ 80s ਦੇ ਜਿਹੜੇ ਲਾਈਫ ਸਟਾਈਲ ਸੀ ਨਾ, ਦੇ ਵਰ ਸੋ ਮਚ ਮੋਰ ਹੈਲਦੀਅਰ। ਮਤਲਬ ਉਹ ਜਿਹੜੀ ਸਿਆਣਪ ਹੈ ਉਹ ਹੁਣ ਐਕਸੈਪਟ ਕਰ ਲੈਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਸਿਆਣੇ ਸਾਨੂੰ ਸਮਝਾਉਂਦੇ ਸੀ ਕਿ ਸਿੰਪਲ ਰਹੋ, ਘਰ ਦਾ ਖਾਣਾ ਖਾਓ, ਫਾਸਟ ਫੂਡ ਜੇ ਕੈਨ ਵਿੱਚ ਆ ਰਿਹਾ ਤਾਂ 1000 ਵਾਰੀ ਸੋਚੋ ਕਿ ਵੀ ਇਹ ਬੋਤਲ ਦੇ ਵਿੱਚ ਕਿਉਂ ਖਰਾਬ ਨਹੀਂ ਹੋ ਰਿਹਾ, ਕਿਉਂਕਿ ਇਹਦੇ ਵਿੱਚ ਅਜਿਹੇ ਪ੍ਰੀਜ਼ਰਵੇਟਿਵ ਨੇ ਤੇ ਜੇ ਉਹ ਤੁਹਾਨੂੰ ਵੀ ਨੁਕਸਾਨ ਉਨਾ ਹੀ ਕਰ ਸਕਦੇ ਨੇ। ਤੇ ਕਿਹੜੀ ਚੀਜ਼ ਡੂਜ਼ ਐਂਡ ਡੋਂਟਸ ਕਿਹੜੇ ਹੋਣੇ ਚਾਹੀਦੇ? ਜਿਵੇਂ ਤੁਸੀਂ 70s 80s ਜਾਂ 90s ਦੀ ਗੱਲ ਦੱਸੀ ਹੈ, ਉਹ ਸੁਣਨ 'ਚ ਠੀਕ ਲੱਗ ਰਹੀ ਹੈ ਪਰ ਉਹ ਪੋਸੀਬਲ ਉਹਨਾਂ ਨਹੀਂ ਹੈ। ਹੁਣ ਤੁਸੀਂ ਮੁੜ ਕੇ ਉਸ ਤਰ੍ਹਾਂ ਦੀ ਲਾਈਫ ਸਟਾਈਲ 'ਚ ਜਾ ਸਕੋ, ਤੁਸੀਂ ਜੌਬ ਵੀ ਕਰਨੀ ਹੈ, ਤੁਸੀਂ ਸਾਰਾ ਕੁਝ ਕਰਨਾ ਹੈ, ਤੁਹਾਡੇ ਕੋਲ ਟਾਈਮ ਨਹੀਂ ਹੈ ਉਹਨਾਂ। ਪਰ ਜਿੰਨਾ ਵੀ ਟਾਈਮ ਹੈ ਤੁਹਾਡੇ ਕੋਲ, ਚਾਹੇ ਉਹ ਵਰਕਿੰਗ ਲੋਕ ਨੇ ਜਾਂ ਚਾਹੇ ਨਹੀਂ ਵੀ ਕੰਮ ਕਰੇ, ਕਿਹੜੀ ਸਪੈਸੀਫਿਕ ਗਲਤੀਆਂ ਜ਼ਿਆਦਾ ਕਰਦੇ ਨੇ ਜੋ ਨਹੀਂ ਕਰਨੀਆਂ ਚਾਹੀਦੀਆਂ, ਅੱਜ ਤੋਂ ਹੀ ਨਹੀਂ ਕਰਨੀਆਂ ਚਾਹੀਦੀਆਂ? ਬਿਲਕੁਲ ਸਹੀ ਗੱਲ ਕੀਤੀ ਤੁਸੀਂ ਦਲੀਪ ਜੀ। ਇੱਕ ਹੁੰਦਾ ਅਵੇਅਰਨੈਸ, ਠੀਕ ਹੈ, ਦੂਜਾ ਹੁੰਦਾ ਉਹਨੂੰ ਪ੍ਰੈਕਟੀਕੈਲਿਟੀ ਦੇ ਵਿੱਚ ਕਨਵਰਟ ਕਰਨਾ। ਠੀਕ ਹੈ, ਮੈਂ ਵੀ ਇਹ ਗੱਲ ਮੰਨਦੀ ਹਾਂ, ਮੈਂ ਇੱਥੇ ਬੈਠ ਕੇ ਅੱਜ ਗੱਲ ਕਰ ਰਹੀ ਹਾਂ, ਮੇਰੇ ਆਪ ਦੇ ਘਰ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ। ਠੀਕ ਹੈ, ਬਟ ਅਗਰ ਤੁਹਾਨੂੰ ਅਵੇਅਰਨੈਸ ਵੀ ਨਹੀਂ ਹੈਗੀ ਦੈਨ ਤੁਸੀਂ ਉਹ ਘਟਾਓ ਵੀ ਨਹੀਂ ਸਕਦੇ। ਬਿਲਕੁਲ ਠੀਕ ਹੈ ਨਾ। ਆਈ ਅੰਡਰਸਟੈਂਡ ਕਿ ਅੱਜ ਕੱਲ੍ਹ ਹੁਣ ਮੋਬਾਈਲ ਫੋਨ ਦੀ ਗੱਲ ਕਰ ਲੈਂਦੇ ਹਾਂ, ਕਿਹੜਾ ਬੰਦਾ ਜਿਹੜਾ ਅੱਜ ਕੱਲ੍ਹ ਦੇ ਵਿੱਚ ਆਪਣਾ ਡਾਇਰੈਕਟ ਪ੍ਰੋਗਰੈਸ ਵੀ ਕਰ ਲੇਗਾ ਤੇ IT ਤੋਂ ਦੂਰ ਵੀ ਰਹਿ ਲੇਗਾ। ਠੀਕ ਹੈ, ਸਭ ਤੋਂ ਵੱਡੀ ਰੇਡੀਓ ਐਕਟਿਵ ਆ ਜਿਹੜੇ 4G 3G 10G 5G ਆ ਰਿਹਾ ਨੇ, ਇਹ ਕਿੰਨਾ ਜ਼ਿਆਦਾ ਨੁਕਸਾਨਦੇਹ ਹੈ। ठीक है, कई बार मेरे को मेल्स आते हैं कि मैम हमारा सीमन एनालिसिस इतना आप कम बता रहे हो, मैं तो घर का ही खाना खाता हूँ, क्लीन लिविंग ही है, सारा कुछ ही है, तो आप फिर भी कह रहे हो लाइफ स्टाइल की वजह से है। तो फिर उन्होंने पूछना पैंदा, एक कोई सवाल पूछती हैं, वीरे मोबाइल यूज़ करदा है ना, कित्थे रखदा है? ट्राउज़र दी पॉकेट दे विच, तुसी गोनेट्स दी एकदम प्रॉक्सिमिटी दे विच रखिया होया, लैपटॉप कित्थे रख रहे हो? ठीक है ना। साडे बजुर्ग किहो ਜਿਹੇ ਕੱਪੜੇ ਪਾਉਂਦੇ ਸੀ, ਉਹਨਾਂ ਦੇ ਅੰਡਰਗਾਰਮੈਂਟਸ ਕਿਹੋ ਜਿਹੇ ਹੁੰਦੇ ਸੀਗੇ, ਖੁੱਲੇ ਖੁੱਲੇ ਹੁੰਦੇ ਸੀ। ਹੁਣ ਅਸੀਂ ਕੀ ਕਰਦੇ, ਬਚਪਨ ਤੋਂ ਬੱਚਾ ਪੈਦਾ ਹੁੰਦਾ, ਡੈਨਿਮਸ ਹੈਗੇ, ਟਾਈਟ ਅੰਡਰਗਾਰਮੈਂਟਸ ਨੇ, ਟੈਂਪਰੇਚਰ ਲੋਕਲੀ ਰੇਜ਼ਡ ਰਹਿੰਦਾ ਹੈ। ਲੋਕਲੀ ਰੇਜ਼ਡ ਟੈਂਪਰੇਚਰ ਓਵਰ ਈਅਰਸ ਸਪਰਮੈਟੋਜੈਨੇਸਿਸ ਨੂੰ ਕੱਟ ਕਰੇਗਾ ਹੀ ਕਰੇਗਾ। ਸੋ ਮਤਲਬ ਅਗਰ ਤੁਸੀਂ ਅੰਡਰਸਟੈਂਡੇਬਲ ਕਿ ਸਾਰਾ ਕੁਝ ਤੁਸੀਂ ਨਹੀਂ ਵੀ ਕਰ ਸਕੋਗੇ, ਪਰ ਜੇ ਤੁਹਾਨੂੰ ਘੱਟ ਤੋਂ ਘੱਟ ਪਤਾ ਹੋਏਗਾ ਤਾਂ ਜਿੱਥੇ ਤੁਸੀਂ ਅਵੋਇਡ ਕਰ ਸਕਦੇ ਹੋ ਉੱਥੇ ਤਾਂ ਕਰੋਗੇ ਨਾ। ਮਤਲਬ ਇਹ ਉਹਦਾ ਇੱਕ ਮੇਨ ਕਾਰਨ ਹੈ। ਇਹ ਵੀ ਉਹਦਾ ਇੱਕ ਆਈ ਕਾਂਟ ਸੇ देयर इज नो डायरेक्ट ਸਟੱਡੀ ਜਿਹੜੀ ਇਹਨੂੰ ਡਾਇਰੈਕਟਲੀ ਲਿੰਕ ਕਰੇ, ਬਟ ਯੈਸ ਇਹ ਸਾਰੀਆਂ ਚੀਜ਼ਾਂ ਮਿਲ ਜੁਲ ਕੇ ਜੋ ਸਾਡੇ ਲਾਈਫ ਸਟਾਈਲ ਦੇ ਵਿੱਚ ਆਈਆਂ ਨੇ, ਇਹੀ ਕਾਰਨ ਹੈ। ਇਹੀ 10 ਸਾਲ ਦੇ ਵਿੱਚ ਬਦਲਿਆ ਕਿ ਜੋ ਫੋਨ ਹੈ ਇਹ ਹੋਸ਼ 'ਚ ਤਾਂ ਸਾਡੇ ਨਾਲ ਰਹਿੰਦਾ ਹੀ ਨਾ, ਬੇਹੋਸ਼ੀ 'ਚ ਵੀ ਰਹਿੰਦਾ। ਜਦੋਂ ਸੌਂ ਰਹੇ ਆ ਤਾਂ ਵੀ ਸਾਡੇ ਛਾਤੀ ਤੇ ਪਿਆ, ਸਰਾਣੇ ਕੋਲ ਪਿਆ, ਹੱਥ 'ਚ ਪਿਆ, ਸੌਂ ਗਏ। ਹਾਂ, ਤੇ ਘੱਟ ਤੋਂ ਘੱਟ ਤੁਸੀਂ ਇਹ ਤਾਂ ਕਰ ਸਕਦੇ ਹੋ, ਜੇ ਤੁਸੀਂ ਸਾਰਾ ਦਿਨ ਆਪਣਾ ਕੰਮ ਕਰ ਲਿਆ, ਰਾਤ ਨੂੰ ਸੌਣ ਲੱਗੇ ਘੱਟ ਤੋਂ ਘੱਟ ਦੂਰ ਰੱਖ ਦਿਓ ਜਾਂ 에ਅਰਪਲੇਨ ਮੋਡ ਤੇ ਪਾ ਦਿਓ ਜੇ ਤੁਹਾਡਾ ਵਰਕ ਤੁਹਾਨੂੰ ਅਲਾਉ ਕਰਦਾ। ਆ ਜਿਹੜੇ ਕਾਲਜਾਂ ਸਕੂਲਾਂ 'ਚ ਜਾਂਦੇ ਆ, ਕੰਮ ਨਾ ਹੋਣ ਦੇ ਬਾਵਜੂਦ ਵੀ ਫੋਨ ਉਹਨਾਂ ਦੀ ਜੇਬ 'ਚ ਰਹੇਗਾ ਹੀ ਰਹੇਗਾ, ਔਰ ਕਈ ਘੰਟੇ ਤੱਕ ਉਹ ਸਕਰੋਲਿੰਗ ਕਰ ਰਹੇ ਹੁੰਦੇ ਉਹਦੇ ਉੱਪਰ। ਉਹਨਾਂ ਨੂੰ ਵੀ ਅੱਜ ਤੋਂ ਹੀ ਅਵੇਅਰ ਹੋ ਜਾਣਾ ਚਾਹੀਦਾ ਜਿਹੜੇ 20-22 ਸਾਲ ਦੇ ਨੇ। ਡੈਫੀਨੇਟਲੀ ਆਵਰ ਟਾਰਗੇਟ ਇਜ਼ them only। Okay. If you read books, philosophy ਅਗਰ ਪੜ੍ਹੋ ਤਾਂ ਉਹਦੇ ਵਿੱਚ ਆਉਂਦਾ ਜੇ ਤੁਸੀਂ ਕਿਸੇ ਨੇਸ਼ਨ ਨੂੰ ਬਰਬਾਦ ਕਰਨਾ ਹੈ, ਠੀਕ ਹੈ, ਦੈਨ ਟਾਰਗੇਟ देयर youth। ਜੀ ਠੀਕ ਹੈ ਨਾ, ਉਹਨਾਂ ਦੀ ਡਾਈਟ, ਉਹਨਾਂ ਦੀਆਂ ਲਾਈਫ ਸਟਾਈਲ ਦੀਆਂ ਹੈਬਿਟਸ ਜਿਹੜੀਆਂ ਹੈਗੀਆਂ ਉਹ ਖਰਾਬ ਕਰ ਦਿਓ। ਹੁਣ ਇਹ ਜਿਹੜੇ ਸਕਰੋਲਿੰਗ ਹੈ, ਇਟ ਇਜ਼ ਐਡਿਕਟਿਵ। ਠੀਕ ਹੈ, ਇਹ ਜੋ ਅਸੀਂ ਗੱਲ ਕਰ ਰਹੇ ਹੋ ਅਸੀਂ ਡਿਵੀਏਟ ਕਰ ਜਾਵਾਂਗੇ, ਬਟ ਨਿਊਰੋ ਸਾਇੰਸ ਨਾਲ ਰਿਲੇਟਡ ਹੈ ਕਿ ਤੁਹਾਡੇ ਉਹ ਪਾਥਵੇ ਸਟਿਮੂਲੇਟ ਕਰਦੇ ਨੇ ਇਹ ਚੀਜ਼ਾਂ, ਡੋਪਾਮਾਈਨ ਰਿਲੀਜ਼ ਕਰਦੇ ਨੇ, ਜਿਹਦੇ ਕਰਕੇ ਇਹ ਐਡਿਕਟਿਵ ਹੋ ਜਾਂਦੀਆਂ ਸਕਰੋਲਿੰਗ ਔਰ ਇਹ ਸਭ। ਪਰ ਉਹੀ ਗੱਲ ਹੈ ਅਵੇਅਰਨੈਸ, ਬਾਰ-ਬਾਰ ਉਹਨਾਂ ਨੂੰ ਇਹ ਗੱਲ ਦੱਸੋ। ਠੀਕ ਹੈ, ਬਾਰ-ਬਾਰ ਪਤਾ ਲੱਗੇਗੀ, ਸੁਣਨਗੇ, ਅੱਜ ਨਹੀਂ ਕੱਲ੍ਹ ਨਹੀਂ ਤਾਂ ਪਰਸੋਂ, ਜਦੋਂ ਸਾਰੇ ਹੈਲਥ ਵਾਲੇ ਹੀ ਗੱਲ ਕਰ ਰਹੇ ਹੋਣਗੇ, ਕਿਤੇ ਨਾ ਕਿਤੇ ਕਿਸੇ 10 ਬੰਦੇ ਵੀ ਜੇ ਤੁਸੀਂ ਬਦਲ ਦਿੱਤੇ ਤਾਂ ਵੀ ਯੂ ਆਰ ਮੇਕਿੰਗ ਅ ਪੋਜ਼ਿਟਿਵ ਚੇਂਜ ਨਾ। ਬੀਇੰਗ ਜਰਨਲਿਸਟ ਸਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਕੌੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਪੂਰੇ ਦਿਨ 'ਚ। ਸਾਨੂੰ ਲੱਗਦਾ ਕਿ ਸ਼ਾਇਦ ਉਹਨੂੰ ਕਰੈਕਟ ਕੀਤਾ ਜਾ ਸਕਦਾ ਸੀ, ਚੀਜ਼ਾਂ ਬਚ ਸਕਦੀਆਂ ਸੀ, ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਖਬਰ ਸਾਡੇ ਕੋਲ ਆਉਂਦੀ ਹੈ।
ਤੁਹਾਡੇ ਕੋਲ ਵੀ ਕਈ ਕਪਲਸ ਇਸ ਤਰ੍ਹਾਂ ਦੇ ਨੇ ਕਿ ਸ਼ਾਇਦ ਉਹਨਾਂ ਦਾ ਜੋ ਰਿਸ਼ਤਾ ਉਹ ਟੁੱਟਣ ਦੀ ਕਗਾਰ ਤੇ ਚਲਾ ਗਿਆ ਹੋਏਗਾ, ਇੱਕ ਦੂਜੇ ਨੂੰ ਸ਼ਾਇਦ ਬਲੇਮ ਕਰਕੇ, ਮੇ ਬੀ ਐਜ਼ ਅ ਡਾਕਟਰ, ਐਜ਼ ਅ ਕਾਉਂਸਲਰ ਤੁਸੀਂ ਉਹਨਾਂ ਨੂੰ ਕੌਨਫੀਡੈਂਸ 'ਚ ਲਿਆ ਹੋਏਗਾ ਔਰ ਕਈਆਂ ਦੀ ਜ਼ਿੰਦਗੀ ਬਦਲ ਗਈ ਹੋਏਗੀ, ਰਿਸ਼ਤੇ ਸੁਧਰ ਗਏ ਹੋਣਗੇ। ਜੋ ਤੁਸੀਂ ਕਹਿ ਰਹੇ ਹੋ ਕਿ ਕਦੇ ਆਂਦਾ ਹੈ, ਮਾਈ ਜੌਬ ਇਨਵੋਲਵਸ ਦਿਸ ਐਵਰੀ ਡੇ। ਅੱਛਾ, ਠੀਕ ਹੈ ਨਾ, ਐਕਚੁਅਲੀ ਆਈ ਐਮ ਮੋਰ ਆਫ ਅ ਕਾਉਂਸਲਰ। ਠੀਕ ਹੈ, ਬਿਕਾਜ਼ ਜਿਹੜੀ ਇਨਫਰਟੀਲਿਟੀ ਦੀ ਬਿਮਾਰੀ ਹੈ ਉਹ ਜਿੰਨੀ ਮੈਡੀਕਲ ਹੈ ਨਾ ਉਨੀ ਇਮੋਸ਼ਨਲ ਔਰ ਉਨੀ ਸੋਸ਼ਲ ਹੈ ਜੀ। ਠੀਕ ਹੈ, ਬਿਕਾਜ਼ ਇਟਸ ਅ ਸੋਸ਼ਲ ਟੈਬੂ। ਇੱਕ ਜਿਹੜੀ ਸੈਂਸ ਆਫ ਫੇਲਿਅਰ ਆਉਂਦੀ ਹੈ, that I failed to have a child, ਇਹ ਬਹੁਤ ਪ੍ਰੋਮੀਨੈਂਟਲੀ ਪਲੇ ਕਰਦੀ ਹੈ ਹਰ ਕਿਸੇ ਦੀ ਸਾਈਕ ਤੇ, ਚਾਹੇ ਉਹ ਕਈ ਲੋਕ ਐਡਮਿਟ ਕਰਦੇ ਨੇ, ਕਈ ਲੋਕ ਐਡਮਿਟ ਨਾ ਕਰਨ, ਬਟ ਇਟ ਇਜ਼ ਦੇਅਰ। ਠੀਕ ਹੈ, ਤਾਂ ਉਹ ਕਾਉਂਸਲਿੰਗ ਤਾਂ ਸਾਨੂੰ ਕਰਨੀ ਪੈਂਦੀ ਹੈ। ਸੋ ਮੈਨੀ ਪੀਪਲ, ਫਿਰ ਕਿਸੇ ਇੱਕ ਦੇ ਵਿੱਚ ਪ੍ਰੋਬਲਮ ਆ ਜਾਏ ਤਾਂ ਇਹਨੂੰ ਪ੍ਰੋਬਲਮ ਹੈ, ਸੋ ਵੀ ਹੈਵ ਟੂ ਲਾਈਕ ਟਾਕ, ਇਟਸ ਲਾਈਕ ਅ ਕਪਲਸ ਪ੍ਰੋਬਲਮ, ਇਟਸ ਨਾਟ ਇਹਦੀ ਪ੍ਰੋਬਲਮ ਔਰ ਤੇਰੀ ਪ੍ਰੋਬਲਮ। ਇਹ ਕਾਉਂਸਲਿੰਗ ਤਾਂ ਰੋਜ਼ ਦੀ ਚੱਲਦੀ ਹੈ। ਉਸ ਤੋਂ ਬਾਅਦ ਕਪਲ ਤਾਂ ਅਲੱਗ ਹੋ ਗਿਆ, ਚਲੋ ਉਹਨਾਂ ਨੇ ਆਪਸ ਵਿੱਚ ਐਕਸੈਪਟੈਂਸ ਕਰ ਵੀ ਲਈ। ਆਲੇ ਦੁਆਲੇ ਦਾ ਜਿਹੜਾ ਕੁਨਬਾ, ਜਿਹੜਾ ਫੈਮਿਲੀ ਨਾਲ ਆ ਰਹੀ ਹੈ, ਉਹਨਾਂ ਨੂੰ ਦੱਸਣਾ ਕਿ ਦੇਖੋ ਤੁਹਾਡੀ ਸਪੋਰਟ ਇਸ ਵੇਲੇ ਬਹੁਤ ਮੈਟਰ ਕਰ ਰਹੀ ਹੈ। ਸੋ ਮੈਨੀ ਵਿਮਨ ਕੇਮ ਟੂ ਮੀ ਕਿ ਮੈਡਮ ਜੋ ਵੀ ਹੈ IVF ਦੇ ਵਿੱਚ ਮੈਨੂੰ ਇਸ ਵਾਰੀ ਬੱਚਾ ਚਾਹੀਦਾ ਹੀ ਚਾਹੀਦਾ ਹੈ, ਕਿਉਂਕਿ ਜੇ ਮੈਨੂੰ ਇਸ ਵਾਰੀ ਨਹੀਂ ਹੋਇਆ ਤਾਂ ਇਹਨਾਂ ਨੇ ਮੈਨੂੰ ਛੱਡ ਦੇਣਾ ਔਰ ਸੈਕਿੰਡ ਮੈਰਿਜ ਕਰ ਲੈਣੀ। ਅੱਜ ਕੱਲ੍ਹ ਉਹ ਕਪਲਸ ਜੋ ਵਰਕਿੰਗ ਨੇ, ਫੋਰ ਐਗਜ਼ਾਮਪਲ ਕਿ ਉਹ 26-27 ਸਾਲ ਦੀ ਉਮਰ 'ਚ ਵਰਕਿੰਗ ਨੇ, ਪਰ ਉਹ ਚਾਹੁੰਦੇ ਕਿ ਦੇਖੋ ਅਸੀਂ ਬੱਚਾ 34-35 'ਚ ਕਰਨਾ, ਆਪਣੇ ਆਪਣੇ ਸਭ ਦੇ ਪਰਸਨਲ ਓਪੀਨੀਅਨ ਹੋ ਸਕਦੇ ਆ, ਕੀ ਉਹ 35 'ਚ ਜਾ ਕੇ ਟਰਾਈ ਕਰਨ ਜਾਂ 26 'ਚ ਕੋਈ ਇਹੋ ਜਿਹਾ ਫੈਸਲਾ ਲੈ ਸਕਦੇ? ਸ਼ਾਇਦ ਐਗ ਫਰੀਜ਼ਿੰਗ ਵਗੈਰਾ ਉਸਦਾ ਕੁਝ ਉਹ ਹੁੰਦਾ, ਉਹ ਤਾਂ ਜ਼ਰੂਰ ਸਮਝਾਓ ਤੁਸੀਂ। ਹਾਂ, ਬਿਲਕੁਲ ਸਹੀ ਗੱਲ ਹੈ। ਦੇਖੋ ਸਾਡੇ ਟਾਈਮ 'ਤੇ ਤਾਂ ਇਹ ਹੁੰਦੀਆਂ ਨਹੀਂ ਸੀ ਚੀਜ਼ਾਂ। ਠੀਕ ਹੈ, ਜੇ ਹੁੰਦੀਆਂ ਆਈ ਵੁੱਡ ਹੈਵ ਡੈਫੀਨੇਟਲੀ ਡਨ ਇਟ। ਐਗ ਫਰੀਜ਼ਿੰਗ ਦੇ ਬਾਰੇ ਨਾ ਕਈ ਮਿਥ ਵੀ ਹੈਗੇ ਨੇ, ਉਹ ਵੀ ਮੈਂ ਐਡਰੈਸ ਕਰਦੀ ਹਾਂ। ਐਗ ਫਰੀਜ਼ਿੰਗ ਕਰਾਉਣਾ ਇਜ਼ ਲਾਈਕ ਤੁਸੀਂ ਜਿਵੇਂ ਆਪਣੇ ਬੈਂਕ ਦੇ ਵਿੱਚ ਆਪਣੀ ਫਰਟੀਲਿਟੀ ਡਿਪੋਜ਼ਿਟ ਕਰਾ ਦਿੱਤੀ। ਠੀਕ ਹੈ, ਏਜ ਦੇ ਨਾਲ ਫੀਮੇਲ ਫਰਟੀਲਿਟੀ ਡਿਕਲਾਈਨ ਜਾਂ ਘੱਟ ਹੋਏਗੀ। ਇਹ ਮੇਰਾ ਕਿਹਾ ਹੋਇਆ ਨਹੀਂ ਹੈ, ਇਹ ਬਾਇਓਲੋਜੀ ਹੈ, ਇਵੇਂ ਹੀ ਕੰਮ ਕਰਦੇ ਰੱਬ ਦਾ ਪਾਣਾ। ਠੀਕ ਹੈ, ਸੋ ਆਫਟਰ 35 ਇਨ ਆਰ ਸਪੈਸ਼ਲੀ ਇੰਡੀਅਨਸ ਦੇ ਵਿੱਚ ਜਿਹੜਾ ਗ੍ਰਾਫ ਫਰਟੀਲਿਟੀ ਦਾ ਇਸ ਤਰ੍ਹਾਂ ਜਾ ਰਿਹਾ ਹੁੰਦਾ, ਉਹ ਸਡਨਲੀ ਫਾਲ ਕਰਨਾ ਸ਼ੁਰੂ ਕਰਦਾ, ਕਿਉਂਕਿ ਐਗ ਦੀ ਕੁਆਲਿਟੀ, ਉਹਦਾ ਜਿਹੜਾ DNA ਦੇ ਲੈਵਲ ਦੀ ਜਿਹੜੀ ਕੁਆਲਿਟੀ ਹੈ ਉਹ ਘੱਟ ਜਾਂਦੀ ਹੈ। ਠੀਕ ਹੈ, ਤਾਂ ਇਹ ਕਹਿਣਾ ਤਾਂ ਗਲਤ ਹੋਏਗਾ ਕਿ 35 ਤੋਂ ਬਾਅਦ ਤੁਸੀਂ ਨਾਰਮਲੀ ਜਾਂ ਨੈਚੁਰਲੀ ਕਨਸੀਵ ਨਹੀਂ ਕਰ ਸਕਦੇ, ਪਰ ਇਹਨੂੰ ਇਸ ਤਰ੍ਹਾਂ ਸਮਝੋ ਕਿ ਜੇ ਤੁਹਾਡੇ ਚਾਂਸ ਪਹਿਲਾਂ 100% ਸੀ, ਉਹ ਹੁਣ ਘੱਟ ਕੇ 30-40% ਰਹਿ ਜਾਂਦੇ ਨੇ, ਵਿਚ ਇਜ਼ ਅ ਕੰਸੀਡਰੇਬਲ ਡ੍ਰੌਪ। ਠੀਕ ਹੈ, ਸੋ ਇਹਦਾ ਮਤਲਬ ਅਗਰ ਚਾਂਸ ਘੱਟ ਰਹੇ ਨੇ ਔਰ ਉਹ ਕਿਸ ਨਾਲ ਹੋ ਜਾਏਗਾ ਉਹ ਸਾਨੂੰ ਨਹੀਂ ਪਤਾ। ਠੀਕ ਹੈ, ਨੈਚੁਰਲੀ ਅਸੀਂ ਪ੍ਰੈਗਨੈਂਸੀ 42-43 ਤੇ ਵੀ ਦੇਖੀ ਹੈ। ਠੀਕ ਹੈ, ਬਟ ਉਹ ਕਿੰਨਾ ਕਾਮਨ ਹੁੰਦਾ, ਹਰ 42 ਈਅਰ ਓਲਡ, ਹਰ 43 ਈਅਰ ਓਲਡ ਨੂੰ ਤਾਂ ਨਹੀਂ ਆ ਜਾਂਦੀ। ਸੋ ਕਿਉਂਕਿ ਅਸੀਂ ਇਹ ਨਹੀਂ ਦੱਸ ਸਕਦੇ ਕਿ ਕਿਹਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਏਗੀ। ਸੋ ਅਗਰ ਤੁਸੀਂ ਆਪਣੀ ਫਰਟੀਲਿਟੀ ਨੂੰ ਜਾਂ ਆਪਣੀ ਫੈਮਿਲੀ ਦੀ ਏਜ ਨੂੰ ਪੋਸਟਪੋਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਦੈਨ ਇਟ ਇਜ਼ ਬੈਟਰ, ਇਟ ਇਜ਼ ਮੋਰ ਸੈਂਸੀਬਲ ਕਿ ਤੁਸੀਂ ਆਪਣਾ ਸਹੀ ਟਾਈਮ ਤੇ ਐਗ ਫਰੀਜ਼ ਕਰਾ ਲਓ। ਠੀਕ ਹੈ, ਸੋ ਐਗ ਫਰੀਜ਼ਿੰਗ ਦੇ ਬਾਰੇ ਦੋ ਚੀਜ਼ਾਂ ਮੈਂ ਦੱਸਣੀਆਂ ਨੇ। ਸਾਡੇ ਕੋਲ ਆਉਣੇ ਸ਼ੁਰੂ ਹੋ ਗਏ ਨੇ ਪੇਸ਼ੈਂਟ, ਬਹੁਤ ਸਾਰੀਆਂ ਹੁਣ ਗਰਲਸ ਆਉਂਦੀਆਂ ਨੇ ਕਿ ਮੈਮ ਮੈਂ ਆਪਣੀ ਸ਼ਾਦੀ ਵੀ ਨਹੀਂ ਕੀਤੀ, ਮੈਂ 38 ਈਅਰ ਓਲਡ ਹੈ, ਤੁਸੀਂ ਮੇਰੇ ਐਗ ਫਰੀਜ਼ ਕਰ ਲਓ। ਨਾਓ ਆਈ ਵਾਂਟ ਕਿ ਚਲੋ ਪਹਿਲਾਂ ਐਟਲੀਸਟ ਚਲਾ ਗਿਆ ਮੈਸੇਜ ਕਿ ਐਗ ਫਰੀਜ਼ ਹੋ ਸਕਦਾ ਹੈ। ਹੁਣ ਇਹ ਮੈਸੇਜ ਦੇਣਾ ਜ਼ਰੂਰੀ ਹੈ ਕਿ ਐਗ ਫਰੀਜ਼ ਕਰਾਉਣ ਦੀ ਸਹੀ ਏਜ ਕੀ ਹੈ। ਸਹੀ ਏਜ ਲੇਟ 20s ਹੈ, ਤਦ ਤੱਕ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਕਰੀਅਰ ਦੀ ਟ੍ਰੈਜੈਕਟਰੀ ਕਿਹੋ ਜਿਹੀ ਰਹਿਣ ਵਾਲੀ ਹੈ, ਪਹਿਲੀ ਚੀਜ਼। ਦੂਜੀ ਗੱਲ, ਤੁਸੀਂ ਐਗ ਫਰੀਜ਼ ਉਦੋਂ ਕਰੋਗੇ ਨਾ ਜਦੋਂ ਐਗਸ ਅੱਛੇ ਕੁਆਲਿਟੀ ਦੇ ਹੈ। ਜੇ ਉਹ ਆਲਰੇਡੀ ਘੱਟ ਨੰਬਰ ਤੇ ਘੱਟ ਕੁਆਲਿਟੀ ਦੇ ਹੋ ਚੁੱਕੇ ਨੇ ਤਾਂ ਤੁਸੀਂ ਉਸ ਤੋਂ ਫਰੀਜ਼ ਕਰਾ ਕੇ ਸ਼ਾਇਦ ਉਨਾ ਵਧੀਆ ਤੁਹਾਨੂੰ ਫਾਇਦਾ ਨਾ ਆਵੇ ਜਿੰਨਾ ਤੁਹਾਨੂੰ ਲੇਟ 20s ਦੇ ਵਿੱਚ ਆ ਸਕਦਾ। ਸੋ ਵਾਟ ਵੀ ਟੈਲ ਐਵਰੀਵਨ ਇਜ਼ ਕਿ 20s ਦੇ ਵਿੱਚ ਇਹ ਡਿਸੀਜਨ ਲੈ ਲਓ, ਪਹਿਲੀ ਗੱਲ। ਦੂਜੀ ਗੱਲ, ਲੋਕਾਂ ਨੂੰ ਲੱਗਦਾ ਕਿ ਇਹਦਾ ਮਤਲਬ ਮੈਂ IVF ਹੀ ਕਰਾਵਾਂਗੀ। ਨੋ, ਤੁਸੀਂ ਆਪਣੇ ਐਗ ਫਰੀਜ਼ ਕਰਾ ਲਏ, ਲੈਟਸ ਸੇ 37 ਦੀ ਏਜ ਤੇ ਜਾ ਕੇ ਤੁਹਾਨੂੰ ਲੱਗਿਆ ਕਿ ਨਹੀਂ ਹੁਣ ਮੇਰੀ ਮੈਰਿਜ ਹੋ ਗਈ ਹੈ, ਤੁਸੀਂ ਨੈਚੁਰਲੀ ਟਰਾਈ ਕਰੋ ਨਾ। ਜਸਟ ਬਿਕਾਜ਼ ਤੁਸੀਂ ਆਪਣੇ ਐਗ ਫਰੀਜ਼ ਕਰਾ ਲਏ, ਮਤਲਬ ਮੈਂ ਇਹ ਸਮਝਾ ਕਿ ਤੁਸੀਂ ਡਬਲ ਸ਼ੋਰ ਹੋ ਗਏ, ਤੁਸੀਂ ਬੈਕਅਪ ਪਲਾਨ ਰੱਖ ਲਿਆ ਕਿ ਜੇ ਮੈਨੂੰ ਨੈਚੁਰਲੀ ਆਇਆ ਬਹੁਤ ਵਧੀਆ, ਆਈ ਵਿਲ ਨੈਵਰ ਨੀਡ ਉਹ ਐਗ ਜਿਹੜੇ ਮੇਰੇ ਫਰੋਜ਼ਨ ਨੇ। ਪਰ ਜੇ ਮੈਂ ਉਹਨਾਂ ਵਿੱਚ ਆ ਗਈ ਕਿ ਮੈਨੂੰ ਹੁਣ ਐਗ ਨੈਚੁਰਲੀ ਨਹੀਂ ਆ ਪਾਈ, ਤਾਂ ਮੈਂ ਆਪਣਾ ਬੈਕਅਪ ਕਰਕੇ ਰੱਖਿਆ ਹੋਇਆ। ਤੇ ਇਹ ਮੇਲ ਦੇ ਨਾਲ ਵੀ ਸੇਮ ਹੈ?
ਮੇਲ ਦੇ ਨਾਲ ਦੇਖੋ ਰੱਬ ਨੇ ਥੋੜ੍ਹਾ ਜਿਹਾ ਵਿਤਕਰਾ ਕੀਤਾ ਹੈ ਇੱਥੇ ਲੇਡੀਜ਼ ਔਰ ਮੈਨ ਦੇ ਵਿੱਚ। ਜਿੰਨੀ ਫਰਟੀਲਿਟੀ ਲੇਡੀਜ਼ ਦੀ ਜਿਸ ਸਪੀਡ ਨਾਲ ਔਰ ਜਿਸ ਸ਼ਿਓਰਿਟੀ ਨਾਲ ਘਟਦੀ ਹੈ, ਮੈਨ ਐਕਚੁਅਲੀ ਏਜ ਦਾ ਇੰਨਾ ਅਸਰ ਨਹੀਂ ਪੈਂਦਾ। 70 ਈਅਰ ਓਲਡ ਮੈਨ ਦੇ ਵਿੱਚ ਵੀ ਸਪਰਮੈਟੋਜੈਨੇਸਿਸ ਹੁੰਦਾ ਰਹਿੰਦਾ, ਸਪਰਮ ਰੋਜ਼ ਬਣਦੇ ਨੇ, ਠੀਕ ਹੈ। ਮਤਲਬ ਜੇ ਕਹੀਏ ਲੜਕੀਆਂ ਨੂੰ ਗੋਦਾਮ ਮਿਲਿਆ, ਪਰ ਲੜਕਿਆਂ ਦੇ ਕੋਲ ਫੈਕਟਰੀ ਹੈ, ਠੀਕ ਹੈ। ਹਾਂ, ਏਜ ਦਾ ਫਰਕ ਉਹਨਾਂ ਨੂੰ ਬਿਲਕੁਲ ਨਹੀਂ ਪੈਂਦਾ, ਇਹ ਗਲਤ ਹੈ, ਕਿਉਂਕਿ ਕੁਆਲਿਟੀ ਆਫ ਸਪਰਮ ਏਜ ਦੇ ਨਾਲ ਮੈਨ ਦੇ ਵਿੱਚ ਵੀ ਕਰਾ ਸਕਦੇ ਆ। ਸਪਰਮ ਫਰੀਜ਼ ਕਰਾ ਸਕਦੇ ਹੋ, ਪਰ ਅਜੇ ਤੱਕ ਸਪਰਮ ਫਰੀਜ਼ ਉਹਨਾਂ ਦੇ ਕਰੀਦੇ ਨੇ ਜਿਵੇਂ ਆਰਮਡ ਫੋਰਸਿਸ ਦੇ ਹੋ ਗਏ, ਜਾਂ ਮਰਚੈਂਟ ਨੇਵੀ ਵਾਲੇ ਹੋ ਗਏ, ਜਾਂ ਹਸਬੈਂਡ ਬਾਹਰ ਰਹਿੰਦੇ ਨੇ, NRIs ਬਹੁਤ ਕਰਾਉਂਦੇ ਨੇ ਕਿ ਵੀ ਮੈਂ ਹੁਣ 2 ਸਾਲ ਵਾਸਤੇ ਚੱਲਿਆ, ਪਰ ਇਸ ਦੀ ਏਜ ਚਲੀ ਜਾਏਗੀ, ਤਾਂ ਉਹ ਸੀਮਨ ਫਰੀਜ਼ ਕਰਾ ਜਾਂਦੇ ਨੇ ਪਿੱਛੋਂ ਦੀ, ਅਸੀਂ ਉਹਨੂੰ ਯੂਟਿਲਾਈਜ਼ ਕਰ ਸਕਦੇ ਹਾਂ। ਕਿਸੇ ਨੂੰ ਡਿਟੈਕਟ ਹੋ ਗਈ ਕੋਈ ਅਜਿਹੀ ਬਿਮਾਰੀ, ਫੋਰ ਐਗਜ਼ਾਮਪਲ ਕਿ ਉਹਦਾ ਇਲਾਜ 3 ਸਾਲ 4 ਸਾਲ ਚੱਲਣਾ ਹੈ, ਤਾਂ ਕੀ ਉਹ ਪਹਿਲਾਂ ਹੀ, ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ, ਆਪਣੇ ਐਕਸ ਜਾਂ ਸਪਰਮ ਫਰੀਜ਼ ਕਰਾ ਸਕਦੇ ਤਾਂ ਕਿ ਕੱਲ੍ਹ ਨੂੰ ਕੋਈ ਦਿੱਕਤ ਇੱਦਾਂ ਦੀ ਨਾ ਆਵੇ ਕਿ ਉਹ ਰਿਪਰੋਡਕਟਿਵ ਸਿਸਟਮ ਦੇ ਅਸਰ ਪਵੇ ਉਹਦਾ? ਤੁਸੀਂ ਦਲੀਪ ਜੀ ਹੋਮਵਰਕ ਵਧੀਆ ਕੀਤਾ ਆਪਣਾ। ਬਿਲਕੁਲ ਸਹੀ। ਐਗ ਫਰੀਜ਼ਿੰਗ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਸੋਸ਼ਲ ਐਗ ਫਰੀਜ਼ਿੰਗ, ਦੂਸਰੀ ਹੁੰਦੀ ਹੈ ਮੈਡੀਕਲ ਐਗ ਫਰੀਜ਼ਿੰਗ। ਠੀਕ ਹੈ। ਸੋਸ਼ਲ ਐਗ ਫਰੀਜ਼ਿੰਗ ਜਿਹੜੀ ਮੈਂ ਗੱਲ ਕੀਤੀ ਕਿ ਤੁਸੀਂ ਆਪਣਾ ਕਰੀਅਰ ਵਗੈਰਾ ਡਿਲੇ ਕਰ ਰਹੇ ਹੋ ਫॉर ਸੋਸ਼ਲ ਰੀਜ਼ਨਸ, ਇਸ ਕਰਕੇ ਆਪਣੀ ਫੈਮਿਲੀ ਡਿਲੇ ਕਰ ਰਹੇ ਹੋ, ਤਾਂ ਉਹ ਕਰਾ ਲਈ। ਇੱਕ ਹੁੰਦੀ ਹੈ ਮੈਡੀਕਲ ਐਗ ਫਰੀਜ਼ਿੰਗ, ਜਿਹਦੇ ਵਿੱਚ ਜਿਵੇਂ ਕਿ ਕੈਂਸਰ ਆ ਗਿਆ, ਜਾਂ ਐਂਡੋਮੈਟ੍ਰੋਸਿਸ ਦੀ ਬਿਮਾਰੀ ਆ ਗਈ, ਜਾਂ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਆ ਗਈ ਜਿਹਦੇ ਤੋਂ ਬਾਅਦ ਗੋਨੈਟਸ ਜਾਂ ਸਪਰਮ ਔਰ ਐਗ ਖਰਾਬ ਹੋ ਸਕਦੇ ਨੇ, ਰੇਡੀਓਥੈਰੇਪੀ ਜਾਂ ਕੀਮੋਥੈਰੇਪੀ ਜਾਂ ਇੱਦਾਂ ਦੀ ਟਰੀਟਮੈਂਟ ਜਿਹਦੇ ਤੋਂ ਬਾਅਦ ਉਹ ਖਰਾਬ ਹੋ ਸਕਦੇ ਨੇ। ਸੋ ਇਸ ਤਰ੍ਹਾਂ ਦੇ ਉਹ ਪ੍ਰੋਵੀਜ਼ਨ ਹੈਗੀ ਹੈ ਕਿ ਕੀਮੋ ਸਟਾਰਟ ਹੋਣ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਸਟਿਮੂਲੇਟ ਕਰਕੇ ਇਹਨਾਂ ਦੇ ਐਗਸ ਫਰੀਜ਼ ਕਰ ਲਈਦੇ ਹੈ, ਠੀਕ ਹੈ। ਓਂਕੋ ਸਰਜਨ ਸਾਨੂੰ ਅਕਸਰ ਇਸ ਤਰੀਕੇ ਦੇ ਪੇਸ਼ੈਂਟਸ ਭੇਜਦੇ ਨੇ, ਪਰ ਉਹੀ ਗੱਲ ਹੈ ਨਾ, ਆਪ ਨੂੰ ਵੀ ਪਤਾ ਹੋਣਾ, ਇਹ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਕਈ ਵਾਰੀ ਅਗਰ ਉਹ ਚੁੱਕ ਜਾਂਦੇ ਨੇ ਤਾਂ ਫਿਰ ਉਹ ਬਾਅਦ ਵਿੱਚ ਹੁਣ ਕੈਂਸਰ ਦੀਆਂ ਟ੍ਰੀਟਮੈਂਟਸ ਵਧੀਆ ਆ ਗਈਆਂ, ਹੁਣ ਲੋਕੀ ਲੰਬਾ ਜੀ ਲੈਂਦੇ ਨੇ ਟ੍ਰੀਟਮੈਂਟ ਤੋਂ ਬਾਅਦ ਵੀ। ਕੈਂਸਰ ਡਜ਼ ਨਾਟ ਮੀਨ ਡੈਥ ਨਾਊਅਡੇਜ਼, ਠੀਕ ਹੈ, ਆਲਵੇਜ਼। ਸੋ ਅਗਰ ਤੁਹਾਡਾ ਕੈਂਸਰ ਟ੍ਰੀਟਮੈਂਟ ਹੋ ਗਿਆ, ਤੁਸੀਂ ਹੁਣ ਕੈਂਸਰ ਸਰਵਾਈਵਰ ਹੋ ਔਰ ਤੁਸੀਂ 30-40 ਈਅਰਸ ਉਸ ਤੋਂ ਬਾਅਦ ਜੀ ਰਹੇ ਹੋ, ਤਾਂ ਓਬਵੀਅਸਲੀ ਯੂ ਵਿਲ ਵਾਂਟ ਟੂ ਪਲਾਨ ਪ੍ਰੈਗਨੈਂਸੀ ਵੀ, ਤੁਸੀਂ ਆਪਣੀ ਫੈਮਿਲੀ ਵੀ ਕਰਨਾ ਚਾਹੋਗੇ, ਪਰ ਉਹ ਚਾਂਸ ਅਗਰ ਤੁਸੀਂ ਪਹਿਲਾਂ ਆਪਣੇ ਗਮੀਟਸ ਨਹੀਂ ਸੀ ਫਰੀਜ਼ ਕਰਾਏ, ਯੂ ਵਿਲ ਲੂਜ਼ ਦੈਟ। IVF ਸੈਂਟਰ ਜਾਣਾ ਡਜ਼ਨਟ ਮੀਨ ਕਿ IVF ਕਰਵਾਉਣਾ। ਲੋਕ ਇਹ ਬੜਾ ਮੰਨ ਕੇ ਚੱਲਦੇ ਨੇ ਕਿ ਇੱਥੇ ਜਾਵਾਂਗੇ ਤਾਂ ਡਾਕਟਰ ਨੇ ਤਾਂ ਅੱਗੋਂ ਇਹੀ ਕਹਿ ਦੇਣਾ ਚਲੋ ਜੀ IVF ਦੀ ਪ੍ਰਕਿਰਿਆ ਸ਼ੁਰੂ ਕਰ ਦਿਓ। ਇਹ ਕਿੰਨਾ ਸੱਚ ਹੈ, ਕਿੰਨਾ ਝੂਠ ਹੈ? ਦੇਖੋ, ਕੁਛ ਹੱਦ ਤੱਕ ਮੈਂ ਕਹਾਂਗੀ ਕਿ ਵੀ ਅਸੀਂ ਵੀ ਡਾਕਟਰਸ ਨੇ ਵੀ ਆਪਣੀ ਜਿਹੜੀ ਇਮੇਜ ਵੱਲ ਅਸੀਂ ਕਦੇ ਧਿਆਨ ਨਹੀਂ ਦਿੱਤਾ, ਠੀਕ ਹੈ। ਵੀਵਰ ਜੇ ਸਾਡੀ ਪਹਿਲੀ ਜਨਰੇਸ਼ਨ ਵੱਲ ਡਾਕਟਰਸ ਵੱਲ ਦੇਖੀਏ ਤਾਂ ਉਹ ਟ੍ਰੀਟਮੈਂਟ ਵਾਲੇ ਪਾਸੇ ਲਿਖਦੇ ਸੀ, ਜ਼ਿਆਦਾ ਗੱਲਬਾਤ ਜਾਂ ਜਿਹਨੂੰ ਕਹਿੰਦੇ ਕਾਉਂਸਲਿੰਗ ਦੇ ਲੰਬੇ ਸੈਸ਼ਨ ਨਹੀਂ ਚੱਲਦੇ ਸੀ। ਨਾਓ ਵੀ ਆਰ ਟਰਾਈਂਗ ਕਿ ਅਸੀਂ ਪੇਸ਼ੈਂਟਸ ਨਾਲ ਗੱਲਬਾਤ ਕਰੀਏ ਤਾਂ ਕਿ ਜਿਹੜੀ ਇਮੇਜ ਜਿਹੜੀ ਗਲਤ ਚਲੀ ਗਈ, ਜਿਹੜਾ ਮੈਸੇਜ ਗਲਤ ਚਲਾ ਗਿਆ, ਉਹ ਸਹੀ ਕਰ ਸਕੀਏ। ਆਈ ਐਮ ਅ ਫਰਟੀਲਿਟੀ ਸਪੈਸ਼ਲਿਸਟ, ਮੈਂ ਹੁਣ ਆਪਣੇ ਆਪ ਨੂੰ IVF ਸਪੈਸ਼ਲਿਸਟ ਨਹੀਂ ਕਹਿੰਦੀ, ਮੈਂ ਆਪਣੀ ਹਰ ਜਗ੍ਹਾ ਤੇ ਫਰਟੀਲਿਟੀ ਸਪੈਸ਼ਲਿਸਟ ਲਿਖਦੀ ਹਾਂ। ਮੈਂ ਸਿਰਫ IVF ਨਹੀਂ ਕਰਦੀ, ਮੈਂ IVF ਵੀ ਕਰਦੀ ਹਾਂ, ਪਰ ਮੈਂ ਗੱਲਬਾਤ, ਮੈਂ ਸਲਾਹ ਵੀ ਦਿੰਦੀ ਹਾਂ, ਮੈਂ ਗੋਲੀਆਂ ਵੀ ਦਿੰਦੀ ਹਾਂ, ਠੀਕ ਹੈ, ਮੈਂ ਟੀਕੇ ਵੀ ਲਾਉਂਦੀ ਹਾਂ, ਮੈਂ IUI ਵੀ ਕਰਦੀ ਹਾਂ। ਸੋ ਐਨੀਥਿੰਗ ਜੋ ਤੁਹਾਡੇ ਮੇਰਾ ਟ੍ਰੀਟਮੈਂਟ ਉਹਦੇ ਤੇ ਡਿਪੈਂਡ ਕਰੇਗਾ ਕਿ ਤੁਹਾਨੂੰ ਪ੍ਰੋਬਲਮ ਕੀ ਹੈ। ਜੇ ਪ੍ਰੋਬਲਮ ਕਹੇਗੀ ਕਿ ਨਹੀਂ IVF ਹੀ ਹੋਏਗਾ ਤਾਂ IVF ਕਰ ਦਾਂਗੀ। ਜੇ ਪ੍ਰੋਬਲਮ ਇਹ ਹੈਗੀ ਹੈ ਕਿ ਵੀ ਹੁਣ ਅਵੇਅਰਨੈਸ ਹੀ ਨਹੀਂ ਸੀ, ਇਹਨਾਂ ਨਾਲ ਸਿਰਫ ਗੱਲਬਾਤ ਔਰ ਕਾਉਂਸਲਿੰਗ ਨਾਲ ਇਹਨਾਂ ਨੂੰ ਉਹਦੇ ਨਾਲ ਹੀ ਮਸਲਾ ਹੱਲ ਹੋ ਜਾਏ, ਤੇ ਉਹਦੇ ਨਾਲ ਹੀ ਅਸੀਂ ਉਹ ਵੀ ਕਰੀਦਾ। 2026 ਚੱਲ ਰਿਹਾ, 2027 ਤੱਕ ਕਿਸੇ ਨੇ ਐਗ ਫਰੀਜ਼ ਕਰਵਾ ਲਿਆ, ਉਸਨੇ ਪੇਰੈਂਟ ਬਣਨ ਦੀ ਜੋ ਪ੍ਰਕਿਰਿਆ ਸ਼ੁਰੂ ਕਰਨੀ 2034 ਚ ਕਰਨੀ ਹੈ, 7 ਸਾਲਾਂ ਬਾਅਦ ਕਰਨੀ ਹੈ। ਆਮ ਬੰਦਾ ਕੀ ਸੋਚੇਗਾ, 7 ਸਾਲ ਮੇਰੇ ਜਿਹੜੇ ਐਗਸ ਨੇ ਉਹ ਕਿੱਥੇ ਰਹਿਣਗੇ, ਕਿਸ ਕੰਡੀਸ਼ਨ 'ਚ ਰਹਿਣਗੇ, ਕਿੱਥੇ ਰੱਖੇ ਜਾਣਗੇ, ਉਹਦੀ ਟੇਕ ਕੇਅਰ ਕਿਵੇਂ ਹੋਏਗੀ, ਹੈ ਨਾ, ਉਹਦੀ ਪ੍ਰਾਈਵੇਸੀ ਕਿਵੇਂ ਹੋਏਗੀ। ਸਭ ਤੋਂ ਵੱਡੀ ਗੱਲ, ਕਿਉਂਕਿ ਤੁਸੀਂ ਇੱਕ ਬੰਦੇ ਦਾ ਤਾਂ ਕਰ ਨਹੀਂ ਰਹੇ, ਤੁਹਾਡੇ ਕੋਲ ਸੈਂਕੜੇ ਲੋਕ ਹੋਣਗੇ, ਉਹ ਕਿਤੇ ਮਿਕਸ ਤਾਂ ਨਹੀਂ ਹੋ ਜਾਏਗਾ। ਇਹ ਸਾਰੇ ਸਵਾਲ ਤਾਂ ਆਣਗੇ ਨਾ। ਬਿਲਕੁਲ ਸਹੀ, ਠੀਕ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ IVF ਇੱਕ ਟੈਕਨੋਲੋਜੀ ਬੇਸਡ ਟ੍ਰੀਟਮੈਂਟ ਹੈ, ਠੀਕ ਹੈ। ਹਾਫ ਮੈਨ 50% ਮੈਨ 50% ਟੈਕਨੋਲੋਜੀ। ਜੇ ਤੁਸੀਂ ਇਹੋ ਜਿਹੀ ਸਟੇਟ ਆਫ ਦੀ ਆਰਟ ਲੈਬ ਤਾਂ ਲਗਾ ਦਿੱਤੀ, ਲੇਕਿਨ ਤੁਹਾਡਾ ਬੰਦਾ ਸਮਝਦਾਰ ਨਹੀਂ ਹੈ ਜਿਹੜਾ ਉਹਨੂੰ ਮੈਨੇਜ ਕਰ ਰਿਹਾ, ਜਿਹਨੂੰ ਇਹਦੀ ਨੌਲੇਜ ਐਕਸਪੀਰੀਅੰਸ ਨਹੀਂ ਹੈ, ਉਹ ਵੀ ਕੰਮ ਨਹੀਂ ਕਰਨਾ।
ਤੇ ਜੇ ਤੁਸੀਂ ਬਹੁਤ ਸਿਆਣਾ ਬੰਦਾ ਵੀ ਬਿਠਾ ਦਿੱਤਾ, ਠੀਕ ਹੈ, ਜਿਹੜਾ 50 ਸਾਲ ਦਾ ਐਕਸਪੀਰੀਅੰਸ ਹੋ ਗਿਆ, ਪਰ ਉਹਦੇ ਹੱਥ ਵਿੱਚ ਸਹੀ ਗੈਜਟ ਜਾਂ ਸਹੀ ਲੈਬ ਨਹੀਂ ਫੜਾਈ ਤਾਂ ਵੀ ਕੰਮ ਨਹੀਂ ਕਰਨਾ। ਸੋ ਇੱਕ ਬੈਲੈਂਸ ਬਣਾ ਕੇ ਚੱਲਣਾ ਪਏਗਾ ਕਿ ਅੱਛੀ ਲੈਬ ਹੈ, ਅੱਛਾ ਤੁਹਾਡਾ ਉਹਨੂੰ ਚਲਾਉਣ ਵਾਲਾ ਹੈ, ਠੀਕ ਹੈ। ਉਹ ਜਿਹੀ ਟੈਕਨੋਲੋਜੀ ਜਿਹੜੇ ਸਿੰਗਲ ਸਪੈਸ਼ਲਿਟੀ ਕਲੀਨਿਕਸ ਆਈ ਵੁੱਡ ਸੇ ਕਿ ਮੈਂ ਵੀ ਪਹਿਲਾਂ ਗਾਇਨੀ ਪ੍ਰੈਕਟਿਸ ਕਰਦੀ ਸੀ, ਠੀਕ ਹੈ, ਪਰ ਉਹਦੇ ਤੋਂ ਬਾਅਦ ਮੈਂ ਜਦੋਂ IVF ਕਰਨਾ ਸ਼ੁਰੂ ਕੀਤਾ, IVF ਇਜ਼ ਅ ਟਾਈਮ ਬਾਉਂਡ ਪ੍ਰੋਸੀਜਰ। ਜੇ 2 ਵਜੇ ਐਗ ਰਿਲੀਜ਼ ਹੋ ਰਿਹਾ ਤਾਂ ਮੈਂ 2 ਵਜੇ ਪਹੁੰਚਣਾ ਹੀ ਪਹੁੰਚਣਾ। ਹੁਣ ਉਸ ਵੇਲੇ ਮੈਂ ਇਹ ਨਹੀਂ ਕਹਿ ਸਕਦੀ ਕਿ ਉਧਰ ਮੇਰੀ ਤਾਂ ਡਿਲੀਵਰੀ ਰੁਕੀ ਹੋਈ ਹੈ, ਠੀਕ ਹੈ। ਸੋ ਪਹਿਲੀ ਗੱਲ ਟਾਰਗੇਟਡ ਐਂਡ ਫੋਕਸਡ ਅਪਰੋਚ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਦੂਜੀ ਗੱਲ ਟੈਕਨੋਲੋਜੀਕਲੀ ਸਾਊਂਡ ਹੋਣਾ ਬਹੁਤ ਜ਼ਰੂਰੀ ਹੈ, ਜਿੱਥੇ ਤੁਸੀਂ ਕਿਹਾ ਮਿਕਸਿੰਗ ਨਾ ਹੋ ਜਾਏ। ਇਹ ਲਾਅ ਵੀ ਆਪਾਂ ਨੂੰ ਕਹਿੰਦਾ ਕਿ ART ਲਾਅ ਆ ਗਿਆ ਸੀ 2021 ਦੇ ਵਿੱਚ ਕਿ ਮੈਂਡੇਟਰੀ ਹੈ, ਤੁਸੀਂ ਯੂ ਕਾਂਟ ਇਹਦੇ ਵਿੱਚ ਮਤਲਬ 0.01% ਵੀ ਚੂਕ ਨਹੀਂ ਹੋ ਸਕਦੀ। ਪਲੱਸ ਇਹ ਤੁਹਾਡੀ ਸੋਸ਼ਲ ਰਿਸਪੌਂਸਿਬਿਲਿਟੀ ਵੀ ਹੈ ਤੁਹਾਡੇ ਪੇਸ਼ੈਂਟ ਦੇ ਪ੍ਰਤੀ। ਹੁਣ ਇਹਨੂੰ ਮੈਨੂਅਲੀ ਵੀ ਤੁਸੀਂ ਕਰ ਸਕਦੇ ਹੋ ਕਿ ਚੈੱਕ ਕਰ ਲਿਆ ਜੀ ਮੈਂ, ਪਰ ਇਹਦੇ ਵਿੱਚ ਟੈਕਨੋਲੋਜੀ ਜਿਵੇਂ RI ਵਿਟਨੈਸ ਹੈ ਸਾਡੇ ਕੋਲੇ, ਅਸੀਂ ਆਪਣੇ ਹਸਪੀਟਲ ਦੇ ਵਿੱਚ ਯੂਜ਼ ਕਰੀਦਾ। ਇਹ ਕੀ ਹੁੰਦਾ ਹੈ, ਜਿਵੇਂ ਕਾਰਡ ਤੁਸੀਂ ਆਪਣਾ ਹੋਟਲ ਦੇ ਕਮਰੇ ਵਿੱਚ ਲਾਉਂਦੇ ਹੋ, RIFD ਦੀ ਟੈਕਨੋਲੋਜੀ ਨਾਲ ਯੂਜ਼ ਹੁੰਦਾ ਹੈ ਤੁਹਾਡਾ, ਤੁਸੀਂ ਕਿਸੇ ਹੋਰ ਕਮਰੇ ਨੂੰ ਚਾਬੀ ਨਹੀਂ ਲਾ ਸਕਦੇ। ਸੇਮ ਤਰ੍ਹਾਂ ਦੀਆਂ ਸਟ੍ਰਿਪਸ ਹੁੰਦੀਆਂ, ਜਿਵੇਂ ਪੇਸ਼ੈਂਟ ਨੇ ਆਪਣਾ ਸੈਂਪਲ ਦਿੱਤਾ, ਅਸੀਂ ਉਸ ਸੈਂਪਲ ਨੂੰ, ਉਸ ਬੋਟਲ ਨੂੰ ਲੇਬਲ ਕਰ ਦਿੱਤਾ RIFD ਨਾਲ, ਠੀਕ ਹੈ। ਜਦੋਂ ਅਸੀਂ ਆਪਣੀ ਲੈਬ ਦੇ ਵਿੱਚ ਉਹ ਸੈਂਪਲ ਰੱਖੇ, ਜੇ ਲੈਟਸ ਸੇ ਮੈਂ ਆਪਣੀ ਲੈਬ ਵਿੱਚ ਆ, ਮੇਰੇ ਕੋਲ 4 ਪੇਸ਼ੈਂਟ ਨੇ, 2 ਦਾ ਨਾਮ ਮੀਤਾ ਹੈ, ਠੀਕ ਹੈ। ਸੋ ਪਰ ਅਗਰ ਮੈਂ RIFD ਲਿੱਤੇ ਹੋਏ ਤਾਂ ਨਾਮ ਦੇ ਨਾਲ ਅਗਰ ਗਲਤੀ ਹੋ ਵੀ ਸਕਦੀ ਹੈ, ਪਹਿਲੀ ਗੱਲ ਤਾਂ ਉਹ ਯੂਨੀਕ ਕੋਡ ਬਣ ਜਾਂਦਾ, ਯੂਨੀਕ ਕੋਡ। ਤਾਂ ਜੇ ਮੈਂ ਇਸ ਮੀਤਾ ਦਾ ਗਲਤ ਹਸਬੈਂਡ ਦੇ ਨਾਲ ਸੈਂਪਲ ਰੱਖਣ ਦੀ ਕੋਸ਼ਿਸ਼ ਕੀਤੀ ਔਰ RIFD ਉਹਨੇ ਐਕਸੈਪਟ ਹੀ ਨਹੀਂ ਕਰਨਾ, ਠੀਕ ਹੈ, ਉਹਦੇ ਲਾਲ ਬੱਤੀ ਜਲ ਜਾਏਗੀ, ਫਲੈਸ਼ ਹੋ ਜਾਏਗਾ ਔਰ ਸਾਇਰਨ ਵੱਜ ਜਾਏਗਾ। ਸੋ ਯੂ ਕਾਂਟ ਮਿਕਸ ਸੈਂਪਲਸ ਦਿਸ ਵੇ। ਤੁਹਾਨੂੰ ਇਹ ਟੈਕਨੋਲੋਜੀ ਹੁਣ ਜਦੋਂ 4 ਸੈਂਪਲ ਹੈ ਤਾਂ ਫਿਰ ਵੀ ਆਸਾਨ ਹੈ, ਪਰ ਜੇ ਤੁਹਾਡੇ ਕੋਲ 400 ਸੈਂਪਲ ਨੇ, 4000 ਸੈਂਪਲ ਨੇ। ਜਦੋਂ 2027 ਚ ਕਿਸੇ ਨੇ ਆਪਣਾ ਐਗ ਫਰੀਜ਼ ਕਰਵਾ ਲਿਆ, 2029 ਚ ਕਹੇ ਕਿ ਮੈਂ ਤੁਹਾਡਾ ਟੇਕ ਕੇਅਰ ਤਾਂ ਕਰਾਂ ਵੀ ਕਿੱਥੇ ਮੇਰਾ ਸਾਰਾ ਕੁਝ ਕਿਵੇਂ ਚੱਲ ਰਿਹਾ, ਵਿੱਚ ਤੁਸੀਂ ਉਹਨਾਂ ਨੂੰ ਕਿਵੇਂ ਅਵੇਅਰ ਰੱਖਦੇ ਹੋ ਕਿ ਤੁਹਾਡਾ ਐਗ ਸਹੀ ਹੈ? ਮੰਨ ਕੇ ਚਲੋ 34 ਜਾਂ 33 ਚ ਕਿਸੇ ਨੇ ਕਰਨਾ ਹੈ, ਆਪਣਾ ਪਲਾਨ ਕਰਨਾ ਹੈ, ਉਹ ਵਿੱਚ ਅਪਡੇਟ ਕਿਵੇਂ ਲੈਂਦਾ ਰਹੇਗਾ? ਦੇਖੋ, ਪਹਿਲੀ ਗੱਲ ਇਹ, ਜਦੋਂ ਫਰੀਜ਼ਿੰਗ ਦੀ ਗੱਲ ਹੁੰਦੀ ਹੈ ਤਾਂ ਇਹ ਅਸੀਂ ਫ੍ਰਿਜ ਵਿੱਚ ਨਹੀਂ ਰੱਖੀਦੇ, ਵੀ ਕੀਪ ਇਟ ਇਨ ਲਿਕੁਇਡ ਨਾਈਟ੍ਰੋਜਨ, ਠੀਕ ਹੈ। ਔਰ ਐਮਬ੍ਰੀਓਜ਼ ਇੱਕਦਮ ਮਾਈਕਰੋਸਕੋਪਿਕ ਹੁੰਦੇ ਨੇ, ਜਗ੍ਹਾ ਵੀ ਨਹੀਂ ਲੈਂਦੇ। ਸੋ ਹਰ ਐਮਬ੍ਰੀਓ ਨੂੰ ਲੇਬਲ ਕੀਤਾ ਜਾਂਦਾ ਹੈ। ਐਟਲੀਸਟ ਮੈਂ ਆਪਣੇ ਹਸਪੀਟਲ ਦਾ ਦੱਸ ਸਕਦੀ ਹਾਂ, ਇੰਦਰਾ IVF ਦੇ ਵਿੱਚ ਹਰ ਇੱਕ ਐਮਬ੍ਰੀਓ ਨੂੰ ਅਸੀਂ ਲੇਬਲ ਕਰੀਦਾ, ਮਤਲਬ ਉਹਦਾ ਯੂਨੀਕ ਕੋਡ ਬਣਦਾ ਹੈ, ਠੀਕ ਹੈ। ਔਰ ਉਹ ਯੂਨੀਕ ਕੋਡ ਅਸੀਂ ਹਸਪੀਟਲ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਪਾਉਂਦੇ ਹਾਂ, ਠੀਕ ਹੈ, ਜਿਹਦੇ ਨਾਲ ਉਹ ਟੈਗ ਹੋ ਜਾਂਦਾ ਹੈ ਪਾਰਟਿਕੂਲਰ ਗਮੀਟ। ਹੁਣ ਜੇ ਤੁਹਾਡੇ 10 ਐਗ ਸੀਗੇ, ਉਹ ਸਾਰਿਆਂ ਦਾ ਅਲੱਗ-ਅਲੱਗ ਨੰਬਰ ਹੈ ਔਰ ਉਹ ਸਾਰਾ ਅਕਾਊਂਟੇਬਿਲਿਟੀ ਹੈ ਕਿ ਇਸ ਨੰਬਰ ਗੋਬਲੇਟ ਦੇ ਵਿੱਚ, ਇਸ ਨੰਬਰ ਪੂਰੀ ਲਿਕੁਇਡ ਨਾਈਟ੍ਰੋਜਨ ਦੇ ਵਿੱਚ ਪਿਆ। ਅਸੀਂ ਜਦੋਂ ਐਗ ਫਰੀਜ਼ਿੰਗ ਕਰਾਈ ਦੀ ਹੈ ਇਸ ਲਿਕੁਇਡ ਨਾਈਟ੍ਰੋਜਨ ਦੇ ਵਿੱਚ, ਅਸੀਂ 1 ਈਅਰ ਦੀ ਹਰ ਕਿਸੇ ਦੇ ਫੀਸ ਲਈ ਦੀ ਹੈ। ਹਰ 1 ਈਅਰ ਤੋਂ ਬਾਅਦ ਉਹ ਰਿਨਿਊਅਲ ਹੁੰਦਾ, ਮਤਲਬ ਜੇ ਲੈਟਸ ਸੇ 1 ਜਨਵਰੀ ਨੂੰ ਤੁਹਾਡਾ ਖਤਮ ਹੋ ਰਿਹਾ ਤਾਂ ਤੁਹਾਨੂੰ ਦਸੰਬਰ ਦੇ ਮਹੀਨੇ ਦੇ ਵਿੱਚ ਮੈਸੇजेस ਜਾਣੇ ਸ਼ੁਰੂ ਹੋ ਜਾਣਗੇ ਵੀ ਤੁਹਾਡਾ ਹੁਣ ਰਿਨਿਊਅਲ ਦਾ ਟਾਈਮ ਆ ਰਿਹਾ, ਤੁਸੀਂ ਵਾਪਸ ਆਓ ਆਪਣੇ ਹਸਪੀਟਲ ਦੇ ਕੋਲੋਂ, ਤੁਸੀਂ ਇਹ ਵੀ ਪਤਾ ਕਰੋ ਕਿ ਮੇਰੀ ਸਿਚੁਏਸ਼ਨ ਕੀ ਹੈ, ਉਹਦੇ ਰਿਨਿਊਅਲ ਦੀ ਫੀਸ ਵੀ ਦਿਓ, ਠੀਕ ਹੈ। ਤੁਸੀਂ ਕਿਸੇ ਵੀ ਪੁਆਇੰਟ ਆਫ ਟਾਈਮ 'ਤੇ ਆ ਜਾਓਗੇ ਤਾਂ ਸਾਡੇ ਕੋਲੋਂ ਮਸ਼ੀਨਰੀ ਔਰ ਟੈਕਨੋਲੋਜੀ ਅਵੇਲੇਬਲ ਹੈ ਕਿ ਅਸੀਂ ਤੁਹਾਡੇ ਐਗਸ ਦੇ ਸਟੇਟਸ ਤੁਹਾਨੂੰ ਪੂਰੀ ਤਰੀਕੇ ਨਾਲ ਦੱਸ ਸਕਦੇ ਹਾਂ, ਠੀਕ ਹੈ। ਮੰਨ ਕੇ ਚਲੋ ਕਿ ਚੰਡੀਗੜ੍ਹ 'ਚ ਕਿਸੇ ਨੇ ਆਪਣਾ ਸਾਰਾ ਪ੍ਰੋਸੀਜਰ ਕਰਵਾਇਆ, ਉਹ ਚੇਨਈ ਮੂਵ ਹੋ ਗਿਆ, ਪੱਕੇ ਤੌਰ 'ਤੇ ਹੀ ਮੂਵ ਹੋ ਗਿਆ, ਪਰ ਉਹਨੇ ਫਰੀਜ਼ ਆਪਣੇ ਜੋ ਐਗਸ ਨੇ ਇੱਥੇ ਕਰਵਾ ਰੱਖੇ ਹੈ, ਅਤੇ ਜਦੋਂ ਉਹਨੂੰ ਲੋੜ ਪਏਗੀ ਤਾਂ ਉਹਨੂੰ ਕੀ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ, ਜਾਂ ਤੁਹਾਡੇ ਉੱਥੋਂ ਵੀ ਟ੍ਰਾਂਸਫਰ ਹੁੰਦਾ? ਕੀ ਇਹ ਲੀਗਲ ਅੰਦਰ ਆਉਂਦਾ ਹੈ, ਇਹਦੇ ਵਿੱਚ ਤੇਰੀ ਮਰਜ਼ੀ ਮੇਰੀ ਮਰਜ਼ੀ ਨਹੀਂ ਚੱਲਦੀ ਕਿ ਵੀ ਮੈਂ ਇਹਨੂੰ ਚੁੱਕਿਆ ਔਰ ਮੈਂ ਚੱਲ ਪਈ। ਇਹਦੇ ਵਾਸਤੇ ਹੁਣ ਸਾਨੂੰ ਲੀਗਲ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਣਗੀਆਂ। ਜਿਹੜਾ ਕਲੀਨਿਕ ਹੈ ਉਹ ਆਪਣੀ ਲੋਕਲ ਅਥਾਰਟੀ ਨੂੰ, ਮਤਲਬ ਜੇ ਮੈਂ ਚੰਡੀਗੜ੍ਹ 'ਚ ਹੈ ਤਾਂ ਮੈਂ ਚੰਡੀਗੜ੍ਹ ਦੀ ਲੋਕਲ ART ਬੋਰਡ ਨੂੰ ਲਿਖਾਂਗੀ ਕਿ ਵੀ ਫਲਾਣੇ ਕਪਲ ਨੇ ਮੈਨੂੰ ਰਿਟਨ ਐਪਲੀਕੇਸ਼ਨ ਦਿੱਤੀ ਹੈ ਔਰ ਮੈਨੂੰ ਇਜਾਜ਼ਤ ਦਿੱਤੀ ਜਾਵੇ ਕਿ ਮੈਂ ਉਹਦੇ ਗਮੀਟਸ ਉਹਨਾਂ ਨੂੰ ਮੂਵ ਕਰਦਾ, ਠੀਕ ਹੈ। ਲਾਈਕਵਾਈਜ਼ ਜੇ ਤੁਹਾਡਾ ਕਪਲ ਚੇਨਈ ਗਿਆ ਤਾਂ ਉਹ ਚੇਨਈ ਦੇ ਲੋਕਲ ART ਬੋਰਡ ਨੂੰ ਉਹੀ ਐਪਲੀਕੇਸ਼ਨ ਪਾਏਗਾ ਕਿ ਮੇਰਾ ਚੰਡੀਗੜ੍ਹ ਦੇ ਹਸਪੀਟਲ ਦੇ ਵਿੱਚ ਫਰੋਜ਼ਨ ਹੈ, ਮੈਨੂੰ ਹੁਣ ਪਰਮਿਸ਼ਨ ਦਿੱਤੀ ਜਾਵੇ। ਮਤਲਬ ਸਭ ਕੁਝ ਟ੍ਰਾਂਸਪੇਰੈਂਟ ਹੈ, ਸਭ ਕੁਝ ਪਰਮਿਸ਼ਨ ਆਉਂਦੀ ਹੈ, ਈਮੇਲ ਤੇ ਆਉਂਦੀ ਹੈ, ਰਿਟਨ ਉਹ ਹੁੰਦਾ ਵਿੱਚ ਕੁਰੀਅਰ ਸਰਵਿਸਿਜ਼ ਹੁੰਦੀਆਂ ਜਿਹਨੂੰ ਅਸੀਂ ਕਹਿੰਦੇ ਆ ਕਿ ਰਸਤੇ ਵਿੱਚ ਵੀ ਕਸਟਡੀ ਕਿਹਦੇ ਕੋਲ ਰਹੇਗੀ,
ਉਹ ਵੀ ਇੱਦਾਂ ਨਹੀਂ ਹੈ ਕਿ ਕੋਈ ਵੀ ਬੰਦਾ ਆ ਕੇ ਲੈ ਜਾਏ, ਜਿਹਦੇ ਕੋਲੋਂ ਕਸਟਡੀ ਦਿੱਤੀ ਜਾਏਗੀ ਆਫੀਸ਼ੀਅਲੀ ਉਹੀ ਉਹਨੂੰ ਮੂਵ ਕਰ ਸਕਦਾ ਹੈ। ਤੇ ਜਦੋਂ ਤੁਸੀਂ ਐਗ ਫਰੀਜ਼ ਕਰਦੇ ਹੋ ਉਸ ਦਾ ਵੀ ਪੂਰਾ ਡੇਟਾ ਸਰਕਾਰ ਕੋਲ ਦੇਣਾ ਹੁੰਦਾ ਵੀ ਇੰਨੇ ਲੋਕਾਂ ਦਾ ਇਸ ਮਹੀਨੇ ਤੱਕ ਆ ਗਿਆ? ਡੈਫੀਨੇਟਲੀ ਹਰ ਮਹੀਨੇ ਦੇਣਾ ਹੁੰਦਾ ਸੀ ਅਜੇ ਤੱਕ। ਹੁਣ ਮਤਲਬ ਫਸਟ ਤੋਂ ਲੈ ਕੇ 5th ਆਫ ਐਵਰੀ ਮੰਥ ਸਾਨੂੰ ਇਹ ਟਾਈਮ ਪੀਰੀਅਡ ਹੁੰਦਾ ਜਿਹਦੇ ਵਿੱਚ ਅਸੀਂ ਜਾ ਕੇ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਪਿਛਲੇ ਮਹੀਨੇ ਦੀ, ਕਿ ਅਸੀਂ ਇੰਨੇ ਪ੍ਰੋਸੀਜਰ ਕੀਤੇ, ਇੰਨੇ ਲੋਕ ਸਾਡੇ ਕੋਲ ਆਏ, ਇਹਨਾਂ ਨਾਲ ਗੱਲਬਾਤ ਕੀਤੀ, ਇੰਨੇ IVF ਹੋਏ, ਇੰਨੇ IUI ਹੋਏ ਸਾਰੇ। ਹੁਣ ਸਰਕਾਰ ਨੇ ਉਹਨੂੰ ਆਨਲਾਈਨ ਕਰ ਦਿੱਤਾ, ਜਿਹਨੂੰ ਕਹਿੰਦੇ ਰਜਿਸਟਰੀ ਮੇਨਟੇਨ ਕਰਨਾ, ਮਤਲਬ ਨਾਲੋਂ ਨਾਲ ਸਾਨੂੰ ਉਹ ਅਪਡੇਟ ਆਪਣਾ ਆਨਲਾਈਨ ਕਰਨਾ ਪਏਗਾ, ਸਿੱਧਾ ਚਲਾ ਜਾਂਦਾ ਅਪਡੇਟ। ਹੁਣ ਇਹਦੇ ਵਿੱਚ ਇਹ ਨਾ ਕਿ ਜੋ ਲੋਕ ਤੁਹਾਡੇ ਕੋਲ ਫਰੀਜ਼ ਕਰਵਾ ਗਏ 2-3 ਸਾਲਾਂ ਬਾਅਦ ਹੀ ਉਹਨਾਂ ਦਾ ਆਪਣਾ ਪਲੈਨਿੰਗ ਚੇਂਜ ਹੋ ਗਈ, ਉਹਨਾਂ ਨੇ ਨੈਚੁਰਲ ਤਰੀਕੇ ਨਾਲ ਕਨਸੀਵ ਕਰ ਲਿਆ, ਫਿਰ ਉਹ ਡਿਸਕਾਰਡ ਕਰਨ ਦੀ ਵੀ ਪ੍ਰਕਿਰਿਆ ਹੁੰਦੀ ਹੈ? ਬਿਲਕੁਲ ਪ੍ਰਕਿਰਿਆ ਹੁੰਦੀ ਹੈ, ਉਹ ਵੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੀ। ਹੋ ਸਕਦਾ ਉਹਨਾਂ ਨੇ 10 ਬੱਚੇ ਕਰਨੇ, ਉਹਨੇ ਦਿਸ ਇਜ਼ ਦੇਅਰ ਡਿਸੀਜਨ, ਠੀਕ ਹੈ। ਤੇ ਮੰਨ ਲਓ ਰਿਨਿਊਅਲ ਸਾਨੂੰ ਕਦੋਂ ਪਤਾ ਲੱਗਦਾ? ਹੁਣ ਇੰਨੇ ਸਾਰੇ ਹੈਗੇ ਇੰਨਾ ਸਾਨੂੰ ਨਹੀਂ ਪਤਾ ਲੱਗ, ਜਦੋਂ ਰਿਨਿਊਅਲ ਦਾ ਟਾਈਮ ਆਏਗਾ ਜਾਂ ਫਿਰ ਉਹ ਕਪਲ ਆਪ ਹੀ ਆ ਕੇ ਦੱਸੇ ਕਿ ਮੈਡਮ ਸਾਨੂੰ ਨੈਚੁਰਲ ਆ ਗਈ ਹੈ, ਸਾਡੀ ਫੈਮਿਲੀ ਕੰਪਲੀਟ ਹੋ ਗਈ ਹੈ, ਅਸੀਂ ਤੁਹਾਨੂੰ ਲਿਖਤੀ ਤੌਰ ਤੇ ਹੁਣ ਸਿਗਨੇਚਰ ਜਾਂ ਕੰਸੈਂਟ ਦੇ ਰਹੇ ਹਾਂ, ਤੁਸੀਂ ਸਾਡੇ ਡਿਸਕਾਰਡ ਕਰ ਦਿਓ, ਠੀਕ ਹੈ। ਸੋ ਵਿਦ देयर ਪਰਮਿਸ਼ਨ ਵੀ ਕੈਨ ਡਿਸਕਾਰਡ ਇਟ। ਇੱਕ ਹੋਰ ਅਹਿਮ ਸਵਾਲ ਹੈ, ਆਈ ਥਿੰਕ ਤੁਹਾਡੇ ਕੋਲ ਤਾਂ ਇਸ ਤਰ੍ਹਾਂ ਦੇ ਐਕਸਪੀਰੀਅੰਸ ਵੀ ਆਏ ਹੋਣਗੇ ਡੈਫੀਨੇਟਲੀ। ਕਪਲ ਤੁਹਾਡੇ ਕੋਲ ਆ ਗਿਆ, ਕਿਸੇ ਇੱਕ ਮਤਲਬ ਕਿ ਮੰਨ ਲਓ ਕਿ ਮੇਲ ਫਰਟੀਲਿਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਦੋਨਾਂ 'ਚ ਅੰਡਰਸਟੈਂਡਿੰਗ ਹੈਗੀ ਹੈ, ਬਟ ਕਿਸੇ ਨੂੰ ਸਪਰਮ ਚਾਹੀਦਾ ਹੈ, ਡੋਨੇਟਡ ਸਪਰਮ ਚਾਹੀਦਾ ਹੈ, ਉਹਦੀ ਵੀ ਪ੍ਰਕਿਰਿਆ ਤੁਸੀਂ ਕਰਵਾਉਂਦੇ ਹੋ? ਉਹਦਾ ਵੀ ਸਾਰਾ ਕੁਝ ਹੁੰਦਾ? ਫੋਰ ਐਗਜ਼ਾਮਪਲ ਕਿ ਉਹ ਪ੍ਰੋਸੀਜਰ ਵੀ ਸਰਕਾਰ ਦੇ ਅਕੋਰਡਿੰਗ ਹੀ ਉਹ ਬਾਉਂਡ ਹੀ ਹੋਊਗਾ, ਕਿਸ ਤਰ੍ਹਾਂ ਜਾਊਗਾ, ਇਹ ਕਿਸ ਤਰ੍ਹਾਂ ਕੰਮ ਕਰਦਾ? ਐਕਚੁਅਲੀ ਇਹੀ ਇੱਕ ਲਕੂਨਾ ਰਹਿ ਗਿਆ ਜਿਹੜਾ ਕਵਰ ਕਰਨ ਵਾਲਾ ਹੈ, ਇਨ ਦ ਸੈਂਸ ਸਰਕਾਰ ਨੇ ਤਾਂ ਲਾਅ ਦੇ ਵਿੱਚ ਦੇ ਦਿੱਤਾ, ਬਟ ਅ ਲੋਟ ਆਫ ਅਨਆਰਗੇਨਾਈਜ਼ਡ ਵੀ ਬਹੁਤ ਹੈ IVF ਅਜੇ ਵੀ ਸਾਡੀ ਕੰਟਰੀ ਦੇ ਵਿੱਚ। ਬਹੁਤ ਸਾਰੇ ਕਲੀਨਿਕਸ ਹੈ ਜੋ ਇਹ ਸਭ ਕੁਝ ਫੋਲੋ ਨਹੀਂ ਕਰ ਰਹੇ, ਔਰ ਉਹਨਾਂ ਨੂੰ ਕਰਨਾ ਚਾਹੀਦਾ ਹੈ, ਔਰ ਇਸੇ ਕਰਕੇ ਇੱਕ ਰੋਂਗ ਮੈਸੇਜ ਸੁਸਾਇਟੀ ਨੂੰ ਜਾ ਰਿਹਾ। ਸਰਕਾਰ ਨੇ ਬਹੁਤ ਕਲੀਅਰ ਕੱਟ ਲਾਅ ਦੇ ਵਿੱਚ ਕਹਿ ਦਿੱਤਾ ਕਿ IVF ਕਲੀਨਿਕ ਅਲੱਗ ਨੇ ਤੇ IVF ਬੈਂਕ ਜਿਹੜੇ ਹੈਗੇ ਸਪਰਮ ਬੈਂਕ ਜਾਂ ਐਗ ਬੈਂਕ ਅਲੱਗ ਨੇ, ART ਕਲੀਨਿਕ ਅਲੱਗ ਹੈ, ART ਬੈਂਕ ਅਲੱਗ ਹੈ। ਹੁਣ ਕਲੀਨਿਕ ਜਿਹੜਾ ਹੈ ਉਹ ਆਪਣੇ ਆਪ ਡੋਨਰ ਸਪਰਮ ਨਹੀਂ ਦੇ ਸਕਦਾ, ਉਹਨੇ ART ਬੈਂਕ ਨੂੰ ਲਿਖਣਾ ਹੈ, ਜਿਵੇਂ ਬਲੱਡ ਬੈਂਕ ਹੁੰਦੇ ਸੀ ਕਿ ਇਸ ਕਪਲ ਵਾਸਤੇ ਮੈਨੂੰ ਚਾਹੀਦਾ, ਤਾਂ ਉਹ ਬੈਂਕ ਉਹਦੇ ਵਾਸਤੇ ਇੱਕ ਡੋਨਰ ਆਰਗੇਨਾਈਜ਼ ਜਾਂ ਅਰੇਂਜ ਕਰਕੇ ਦੇਗਾ। ਓਕੇ, ਸੋ ਇਹ ਪ੍ਰਕਿਰਿਆ ਚੱਲਦੀ ਹੈ। ਤੇ ਇਹਦੇ ਵਾਸਤੇ ਮੰਨ ਕੇ ਚੱਲੋ ਕਿ ਜਿਸ ਕਪਲ ਨੇ ਆਉਣਾ, ਜਿਨ੍ਹਾਂ ਨੇ ਸਪਰਮ ਡੋਨੇਟਡ ਸਪਰਮ ਲੈਣਾ ਹੈ, ਤੇ ਉਹ ਉਹਨਾਂ ਦੀ ਆਪਣੀ ਚੁਆਇਸ ਹੁੰਦੀ ਹੈ ਜਾਂ ਤੁਸੀਂ ਸੁਜੈਸਟ ਕਰਦੇ ਹੋ ਕਿ ਕਿਸ ਤਰ੍ਹਾਂ ਦਾ ਸਪਰਮ ਜਾਂ ਕਿਵੇਂ ਅਸੀਂ ਯੂਜ਼ ਕਰਾਂਗੇ, ਜਾਂ ਕੋਈ ਪ੍ਰਾਈਵੇਸੀ ਵੀ ਹੁੰਦੀ ਹੈ? ਇਹ ਕਿਵੇਂ ਚੱਲਦਾ ਹੈ? ਦੇਖੋ, 2 ਤਰ੍ਹਾਂ ਦੇ ਡੋਨਰਸ ਹੋ ਸਕਦੇ ਨੇ, ਇੱਕ ਹੁੰਦਾ ਨੋਨ ਡੋਨਰ, ਇੱਕ ਹੁੰਦਾ ਅਨੋਨਿਮਸ ਡੋਨਰ। ਹਰ ਤਰ੍ਹਾਂ ਦਾ ਕਪਲ ਆਉਂਦਾ ਹੈ। ਕੁਝ ਕਪਲ ਕਹਿੰਦੇ ਨੇ ਕਿ ਨਹੀਂ ਸਾਨੂੰ ਲੈਣਾ ਪੈ ਰਿਹਾ, ਬਟ ਵੀ ਡੋਂਟ ਵਾਂਟ ਕਿ ਮੇਰੇ ਔਰ ਮੇਰੇ ਸਪਾਊਸ, ਮੇਰੇ ਹਸਬੈਂਡ ਤੋਂ ਇਲਾਵਾ ਜਾਂ ਮੇਰੀ ਵਾਈਫ ਤੋਂ ਇਲਾਵਾ ਕਿਸੇ ਤੀਸਰੇ ਬੰਦੇ ਨੂੰ ਪਤਾ ਲੱਗੇ, ਫਿਰ ਉਹਨੂੰ ਅਨੋਨਿਮਸਲੀ ਦੇਈਦਾ ART ਬੈਂਕ ਦੇ ਥਰੂ। ਔਰ ਕਈ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਕਿ ਮੈਂ ਤਾਂ ਰੈਂਡਮਲੀ ਕਿਸੇ ਦਾ ਵੀ ਲੈ ਲਾਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਤਾਂ ਫਿਰ ਉਹਨਾਂ ਨੂੰ ਨੋਨ ਡੋਨਰ, ਉਹ ਆਪਣਾ ਨੋਨ ਡੋਨਰ ਲੈ ਕੇ ਆ ਜਾਂਦੇ ਨੇ, ਪਰ ਉਹਨਾਂ ਨੂੰ ਜਾਣਾ ਫਿਰ ਵੀ ART ਬੈਂਕ ਦੇ ਕੋਲ ਹੀ ਪੈਂਦਾ ਹੈ। ਬੈਂਕ ਦੇ ਕੋਲ ਪ੍ਰੋਸੀਜਰ ਉਹੀ ਰਹੇਗਾ, ਉਹ ਤੁਸੀਂ ਨਹੀਂ ਚੇਂਜ ਕਰ ਸਕਦੇ। ਕਿਹੜੀਆਂ 5-4 ਗੱਲਾਂ ਹੋਣ ਕਪਲ ਇੱਕ IVF ਸੈਂਟਰ ਜਾਣ ਤੋਂ ਪਹਿਲਾਂ ਜਾਂਚੇ ਆਪਣੇ ਤੌਰ ਤੇ, ਤਾਂ ਕਿ ਉਹਨੂੰ ਸੈਟੀਸਫੈਕਸ਼ਨ ਹੋਵੇ ਕਿ ਮੈਂ ਸਹੀ ਥਾਂ ਤੇ ਜਾ ਰਿਹਾ? ਦਿਲੀਪ ਜੀ, ਆਪਣੀ ਕੰਟਰੀ ਦੇ ਵਿੱਚ ਨਾ ਬਹੁਤ ਐਕਚੁਅਲੀ ਜੇ ਤੁਸੀਂ ਬਰਤਨ ਵੀ ਲੈਣ ਜਾਣੇ ਆ ਜਾਂ ਆਪਣੇ ਕੇਬਲ ਲੈਣੀ ਆ, ਬਲਬ ਲੈਣੇ ਆ, ਤੁਸੀਂ ਕਿਵੇਂ ਚੈੱਕ ਕਰਦੇ ਹੋ? ISI ਦਾ ਮਾਰਕ ਦੇਖਦੇ ਹੋ ਜੀ, ਠੀਕ ਹੈ। ISI ਕੀ ਹੈ? ਇੱਕ ਥਰਡ ਪਾਰਟੀ ਹੈ ਜਿਹਨੇ ਤੁਹਾਡੀ ਕੁਆਲਿਟੀਜ਼ ਸਾਰਿਆਂ ਦੀ ਚੈੱਕ ਕਰਕੇ ਜਿਹੜੀ ਅੱਛੀ ਸੀ ਹੈ ਪਰਟੀਕੂਲਰ ਸੈੱਟ ਨੂੰ ਉਹ ਕਰਦੇ ਸੀ ਫੋਲੋ। ਕਿਹੜੀ ਲੈਬ ਹੈ, ਕਿਹੜਾ ਹਸਪੀਟਲ ਹੈ ਜਿਹੜਾ ਕਹੇਗਾ ਅਸੀਂ ਬੈਸਟ ਨਹੀਂ ਹੈ? ਕਲੀਨਿਕ ਕਿਵੇਂ ਸਿਲੈਕਟ ਕਰੀਏ, ਇਹਦੇ ਵਿੱਚ ਇੱਕ ਗਾਈਡਲਾਈਨ ਦੇਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀ ਨੌਬਤ ਆ ਗਈ ਕਿ ਹੁਣ ਤੁਸੀਂ IVF ਕਲੀਨਿਕ ਵੱਲ ਜਾਣਾ ਹੈ, ਤਾਂ ਤੁਹਾਨੂੰ ਕੀ ਦੇਖਣਾ ਚਾਹੀਦਾ? ਉਸ ਕਲੀਨਿਕ ਦਾ ਬੈਕਗਰਾਊਂਡ ਦੇਖੋ, ਕਦੋਂ ਤੋਂ ਚੱਲ ਰਿਹਾ, ਉਹਦੇ ਕੀ ਸਕਸੈਸ ਰੇਟਸ ਨੇ। ਜੇ ਤੁਹਾਡੀ ਵਿਸਿਨਿਟੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਪਤਾ ਹੈ ਜਿਹਨੇ ਉਸ ਕਲੀਨਿਕ ਨੂੰ ਵਿਜ਼ਿਟ ਕੀਤਾ, ਤਾਂ ਤੁਸੀਂ ਉਹਦੇ ਨਾਲ ਤੋਂ ਸਲਾਹ ਸੰਕੋਚ ਨਾ ਕਰੋ, ਉਹਦੇ ਨਾਲ ਗੱਲ ਕਰੋ, ਉਹਦੇ ਤੋਂ ਰਿਵਿਊ ਲਓ। ਵੀ ਆਰ ਦੀ ਓਲਡੈਸਟ ਐਂਡ ਵੀ ਹੈਵ ਬੀਨ ਦ ਲੀਡਿੰਗ, ਅੱਜ ਵੀ ਲੀਡਿੰਗ ਹੀ ਹੈ। ਉਸ ਤੋਂ ਇਲਾਵਾ ਮਤਲਬ ਜੇ ਤੁਸੀਂ
ਕੁਝ ਹੋਰ ਵੀ ਸੋਚਦੇ ਹੋ ਕਿ ਹੋਰ ਡੀਪ ਜਾਣਾ ਚਾਹੁੰਦੇ ਹੋ, ਦੈਨ ਯੂ ਸ਼ੁਡ ਲੁੱਕ ਐਟ ਦ ਸਕਸੈਸ ਰੇਟ, ਡਾਕਟਰ ਦਾ ਐਕਸਪੀਰੀਅੰਸ ਕੀ ਹੈ, ਲੈਬ ਦੇ ਵਿੱਚ ਕੀ ਫੈਸਿਲਿਟੀ ਦੇ ਰਹੇ ਨੇ, ਲੈਬ ਕਹਿ ਰਹੇ ਨੇ ਪਰ ਉਹਦੇ ਅੰਦਰ ਕੀ ਫੈਸਿਲਿਟੀ ਹੈ, ਕਿੰਨੀ ਟੈਕਨੋਲੋਜੀ ਹੈ ਉਹਦੀ, ਉਹਨਾਂ ਦੇ ਕੰਪਲਾਇੰਸਿਸ, ਉਹਨਾਂ ਦੇ ਕੋਲ ਕਿਸ ਤਰੀਕੇ ਦੇ ਐਕ੍ਰੈਡਿਟੇਸ਼ਨਸ ਹੈਗੇ, ਜਿਵੇਂ ਮੈਂ ਕਿਹਾ QAI ਚੈੱਕ ਕਰ ਲਓ, ਆਰਟੈਕ ਚੈੱਕ ਕਰ ਲਓ, ਉਹਦੇ ਸਾਰੇ ਸਰਟੀਫਿਕੇਟ ਵਗੈਰਾ ਚੈੱਕ ਕਰਕੇ ਫਿਰ ਹੀ ਆਪਣਾ ਯਕੀਨ ਪਾਓ। ਦੇਖੋ ਆਪਣੇ ਸਰਕਾਰ ਨੂੰ ਨਾ ਥੋੜਾ ਹੋਰ ਪ੍ਰੋਐਕਟਿਵ ਹੋਣਾ ਪਏਗਾ। ਇਨਫਰਟੀਲਿਟੀ ਹੁਣ ਉਹ ਕਿਤੇ ਵਾਲੀ ਬਿਮਾਰੀ ਨਹੀਂ ਰਹਿ ਗਈ। ਇਨਫਰਟੀਲਿਟੀ ਬਹੁਤ ਕਾਮਨ ਹੈ, ਰੈਕਗਨਾਈਜ਼ ਇਟ, ਐਕਨੋਲੇਜ ਇਟ, ਔਰ ਉਹਨੂੰ ਆਪਣੇ ਬਸ਼ਿੰਦਿਆਂ ਵਾਸਤੇ, ਆਪਣੀ ਪੋਪੂਲੇਸ਼ਨ ਵਾਸਤੇ ਫੀਜ਼ੀਬਲ ਬਣਾਉਣਾ ਕੰਮ ਸਰਕਾਰ ਦਾ ਹੈ। ਉਹਨਾਂ ਨੇ ਇਹ ਗੱਲ ਨੋਟ ਕਰਨੀ ਸ਼ੁਰੂ ਕੀਤੀ ਹੈ। ART ਲਾਅ ਦਾ ਐਗਜ਼ਾਮਪਲ ਹੈ ਕਿ ਇਹਦੇ ਉਹਨਾਂ ਨੇ ਐਟਲੀਸਟ ਆਰਗੇਨਾਈਜ਼ ਕਰ ਦਿੱਤਾ। ਹੁਣ ਇੱਕ ਤਾਂ ਹੈ ਕਿ ਚੀਜ਼ਾਂ ਅਵੇਲੇਬਲ ਕਰਾ ਦਿੱਤੀ ਹੈ, ਦੂਜਾ ਲੈਣ ਵਾਲੇ ਨੂੰ ਲੱਗੇ ਕਿ ਠੀਕ ਹੈ ਮਰਸੀਡੀਜ਼ ਵੀ ਤਾਂ ਹੈ, ਮੈਂ ਕਿਹੜਾ ਅਫੋਰਡ ਕਰ ਸਕਦਾ। ਸੋ ਉਹਨੂੰ ਅਫੋਰਡੇਬਲ ਕਰਨਾ ਵੀ ਅਗੇਨ ਹੁਣ ਉਹ ਸਾਡਾ ਮਕਸਦ ਹੈ। ਕਾਫੀ ਸਾਰੀ ਕੰਪਨੀਜ਼ ਹੁਣ ਅੱਗੇ ਆਈਆਂ ਨੇ ਜਿਹਦੇ ਵਿੱਚ ਉਹ ਇੰਸ਼ੋਰੈਂਸ ਆਫਰ ਕਰਦੀਆਂ ਨੇ, ਠੀਕ ਹੈ, ਕੈਸ਼ਲੈਸ ਵੀ ਆ ਜਾਂਦਾ ਨੇ, ਪਰ ਉਹ ਆਪ ਨੂੰ ਅਵੇਅਰਨੈਸ ਅਗਰ ਹੋਏਗੀ ਤਾਂ ਤੁਸੀਂ ਇੰਸ਼ੋਰੈਂਸ ਸਕੀਮ ਲੈਣ ਤੋਂ ਪਹਿਲਾਂ ਆਪਣੀ ਕੰਪਨੀ ਨਾਲ ਗੱਲ ਕਰੋਗੇ ਇਸ ਚੀਜ਼ ਪਿੱਛੇ। EMIs ਆਫਰ, ਜਿਵੇਂ ਸਾਡਾ ਹਸਪੀਟਲ ਵੀ ਹੈ, ਪਹਿਲੇ 1 ਸਾਲ ਵਾਸਤੇ 0% ਇੰਟਰਸਟ ਤੇ ਅਸੀਂ EMIs ਤੇ ਪੇਸ਼ੈਂਟ ਪੇਮੈਂਟ ਵਾਪਸ ਸਾਨੂੰ ਕਰ ਸਕਦੇ ਹਾਂ। ਇਹ ਵੀ ਆਪਸ਼ਨ ਹੈ ਕਿ ਤੁਸੀਂ ਇੱਕਦਮ ਨਹੀਂ ਦੇਣਾ, ਠੀਕ ਹੈ, ਤੁਸੀਂ ਇਹਨੂੰ ਡਿਵਾਈਡ ਕਰ ਲਓ। 1 ਸਾਲ ਦਾ ਟਾਈਮ ਹੈ, ਉਹਦੇ ਵਿੱਚ ਜਿੰਨਾ ਅਮਾਊਂਟ ਹੈ ਉਨਾ ਹੀ ਦੇਣਾ, ਉਸ ਤੋਂ ਜ਼ਿਆਦਾ ਵੱਧ ਨਹੀਂ ਰਿਹਾ। ਜੇ 1 ਸਾਲ ਤੋਂ ਉੱਪਰ ਚੱਲ ਗਿਆ ਤਾਂ ਇੱਕ ਨੋਮੀਨਲ ਜਿਹਾ ਰੇਟ ਹੈ ਉਹ ਪਏਗਾ ਤੁਹਾਨੂੰ। ਸੋ ਥੀਸ ਆਰ ਫਿਨਟੈਕ, ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਵੀ ਫਾਈਨੈਂਸ਼ੀਅਲ ਏਡਸ ਅਸੀਂ ਪੇਸ਼ੈਂਟ ਨੂੰ ਦੇਣੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਜ਼ਰੂਰੀ ਹੈ ਨਾ ਡਾਕਟਰ ਸਾਹਿਬ ਕਿ ਅਫੋਰਡ ਕਰ ਸਕਦੇ ਕਰ ਲੈ, ਪਰ ਅਫੋਰਡ ਕਰਨ ਵੇਲੇ ਸਾਡੀ ਸੋਸਾਇਟੀ ਅਜੇ ਉਸ ਤਰ੍ਹਾਂ ਦੀ ਨਹੀਂ ਕਿ ਸਾਰੇ ਬੰਦੇ ਅਫੋਰਡ ਕਰ ਸਕਦੇ ਹੋਣ। ਪ੍ਰਾਈਵੇਟ ਕੰਪਨੀਆਂ ਜੋ ਇੰਸ਼ੋਰੈਂਸ ਕਰਦੀਆਂ ਨੇ ਉਹ ਵੀ ਅੱਗੇ ਵੱਧ ਕੇ ਇਹਦੇ ਵਿੱਚ ਕੰਮ ਕਰ ਰਹੀਆਂ ਨੇ, ਆ ਰਹੀਆਂ ਨੇ। ਦੇਖੋ ਇੱਕ ਮਾਈਂਡ ਸੈਟ ਦੀ ਵੀ ਗੱਲ ਹੈ, ਠੀਕ ਹੈ, ਇੱਕ ਸਾਡਾ ਮਾਈਂਡ ਦੇ ਵਿੱਚ ਮਿਥ ਕਹਿ ਲਓ ਜਾਂ ਕਿਵੇਂ ਆਪਣੇ ਦਿਮਾਗ ਵਿੱਚ ਹੈ IVF ਮਤਲਬ ਇਹ ਤਾਂ ਅਮੀਰਾਂ ਵਾਸਤੇ ਹੁੰਦਾ ਹੈ ਨਾ। ਦੈਟ ਇਜ਼ ਐਕਚੁਅਲੀ ਜਦੋਂ ਸ਼ੁਰੂ ਵਿੱਚ ਆਇਆ ਸੀ ਤਾਂ ਸ਼ਾਇਦ ਸੀਗਾ ਵੀ ਬਹੁਤ ਐਕਸਪੈਂਸਿਵ, 9-10 ਲੱਖ ਲੱਗ ਜਾਂਦੇ ਸੀ, ਹਰ ਕਿਸੇ ਕੋਲ ਨਹੀਂ ਹੁੰਦੇ 9-10 ਲੱਖ। ਪਰ ਹੁਣ ਅਸੀਂ 1980s ਵਿੱਚ ਥੋੜ੍ਹੇ ਨਾ ਬੈਠੇ ਹਾਂ, ਵੀ ਆਰ ਇਨ ਅਗੇਨ 2026। ਆਮ ਬੰਦੇ ਦੀ ਇਨਕਮ ਬ੍ਰੈਕਟ ਵੱਧ ਗਈ ਹੈ, ਠੀਕ ਹੈ। IVF ਦਾ ਕੋਸਟ ਜੋ 9-10 ਲੱਖ ਹੁੰਦਾ ਸੀ ਇੱਕ ਸਾਈਕਲ ਦਾ, ਹੁਣ ਉਹ 2-3 ਲੱਖ, 2 ਜਾਂ 2.5 ਲੱਖ ਆ ਗਿਆ। ਅਗਰ ਮੈਂ ਆਪਣੇ ਹਸਪੀਟਲ ਦੀ ਗੱਲ ਕਰਾਂ, ਇੱਕ ਸਾਈਕਲ 1.8 ਲੱਖ ਤੋਂ 2 ਲੱਖ ਦੇ ਵਿੱਚ ਹੋ ਜਾਂਦਾ ਹੈ। ਅੱਛਾ, ਔਰ ਤੁਸੀਂ ਆਪ ਦੱਸੋ ਦਲੀਪ ਜੀ, ਇੱਕ ਐਵਰੇਜ ਇਨਕਮ ਜਾਂ ਮਿਡਲ ਕਲਾਸ ਫੈਮਿਲੀ ਵਾਸਤੇ ਵੀ ਆਪਣੀ ਹੈਲਥ, ਆਪਣੀ ਲਾਈਫ ਚੇਂਜਿੰਗ ਡਿਸੀਜਨ ਹੈ। 1.8 ਤੋਂ 2 ਲੱਖ ਕਿੰਨਾ ਕੁ ਵੱਡਾ ਅਮਾਊਂਟ ਹੈ। ਜੇ ਤੁਸੀਂ ਚਾਹੋ, ਵਿਆਹਾਂ ਤੇ ਲੋਕੀ 10-10 20 ਲੱਖ ਲਾ ਦਿੰਦੇ ਨੇ, ਹੈ ਨਾ, ਤੇ ਇੰਨਾ ਲਾ ਦਿੰਦੇ ਨੇ। ਗੱਡੀਆਂ ਤੇ 5-6 ਲੱਖ ਤੋਂ ਘੱਟ ਨਹੀਂ ਆਉਂਦੀਆਂ, ਤੇ ਇਹ ਤਾਂ ਤੁਹਾਡੇ ਲਾਈਫ ਬਣਾ ਰਹੀ ਹੈ, ਫੈਮਿਲੀ ਬਣਾ ਰਹੀ ਹੈ। ਬਿਲਕੁਲ ਬਿਲਕੁਲ। ਸੋ ਇਟ ਇਜ਼ ਅਬਾਊਟ ਮਾਈਂਡ ਸੈਟ। ਜੋ ਲੋਕ ਜੌਬ ਕਰਦੇ ਆ, ਖਾਸ ਕਰਕੇ ਪ੍ਰਾਈਵੇਟ ਸੈਕਟਰ ਦੇ ਜੌਬ ਕਰਦੇ ਆ, IVF ਕਰਵਾਉਣ ਦੇ ਲਈ ਖਾਸ ਕਰ ਵੂਮਨ ਵਾਸਤੇ ਜੌਬ ਛੱਡਣੀ ਮੈਂਡੇਟਰੀ ਹੋ ਜਾਂਦੀ ਹੈ, ਉਸ 'ਚ ਮੈਨੇਜ ਕਰ ਸਕਦੇ ਆ? ਨਹੀਂ, ਬਿਲਕੁਲ ਮਨਾ ਕਰੀਦਾ ਅਸੀਂ ਜੌਬ ਛਡਵਾਉਣਾ ਤਾਂ। ਦੇਖੋ IVF ਇੱਕ ਤਾਂ ਫਾਈਨੈਂਸ਼ਲੀ ਡਰੇਨਿੰਗ ਪ੍ਰੋਸੀਜਰ ਹੈ, ਠੀਕ ਹੈ। ਉਸ ਦੇ ਉੱਪਰੋਂ ਅਗਰ ਤੁਸੀਂ ਜੌਬ ਛੱਡ ਦਿੱਤੀ ਤਾਂ ਤੁਹਾਡੇ ਫਾਈਨੈਂਸਿਸ ਆ ਰਹੇ ਸੀ ਉਹ ਵੀ ਤੁਸੀਂ ਆਪਣੇ ਘਟਾ ਦਿੱਤੇ। ਦੂਸਰੀ ਗੱਲ, ਰਿਕਮੈਂਡਡ ਵੀ ਨਹੀਂ ਹੈਗਾ, ਉਹ ਪੁਰਾਣੀਆਂ ਗੱਲਾਂ ਹੋ ਗਈਆਂ ਕਿ ਵੀ IVF ਕਰਨਾ ਇਜ਼ ਇਕੁਅਲ ਟੂ ਬੈਡ ਰੈਸਟ ਜਾਂ ਨੋ ਨਾਟ ਐਟ ਆਲ। ਅ ਲੋਟ ਆਫ ਮਾਈ ਪੇਸ਼ੈਂਟਸ, ਕਿੰਨੇ ਸਾਰੇ ਜਿਹੜੇ ਵਰਕਿੰਗ ਲੇਡੀਜ਼ ਨੇ, ਜਿਹੜਾ ਆਪਣਾ ਸਾਰਾ ਪ੍ਰੋਸੀਜਰ ਵੀ ਕਰਾ ਰਹੀਆਂ, ਨਾਲ ਕੰਮ ਵੀ ਕਰ ਰਹੀਆਂ ਲਾਸਟ ਸਟੇਜ ਤੱਕ ਕੇ। ਸੋ ਜੌਬ ਛੱਡਣਾ ਅਸੀਂ ਬਿਲਕੁਲ ਮਨਾ ਕਰੀਦਾ, ਔਰ ਐਕਸਟਰਾ ਜਿਹੜਾ ਤੁਹਾਨੂੰ ਟਾਈਮ ਮਿਲੇਗਾ, ਉਲਟਾ ਤੁਸੀਂ ਉਹ ਇਮੋਸ਼ਨਲੀ ਉਸੇ ਚੀਜ਼ ਬਾਰੇ ਸੋਚੀ ਜਾਓਗੇ। ਵੀ ਡੋਂਟ ਰਿਕਮੈਂਡ। ਇੱਕ ਚੀਜ਼ ਹੋਰ ਦੱਸੋ, ਜਦੋਂ IVF ਆਪਾਂ ਕਰਦੇ ਹਾਂ ਤਾਂ ਅਕਸਰ ਸੁਣਨ ਨੂੰ ਮਿਲਦਾ ਕਿ ਟਵਿਨਸ ਪੈਦਾ ਹੋ ਜਾਂਦੇ ਆ, ਜਾਂ ਕਈ ਲੋਕ ਟਵਿਨਸ ਕਰਕੇ ਹੀ ਵੀ IVF ਕਰਾਉਂਦੇ ਆ। ਇਹ ਮਿਥ ਹੈ ਜਾਂ ਕਿਵੇਂ ਹੈ? ਦੇਖੋ, ਆਈ ਵਿਸ਼ ਮੈਂ ਰੱਬ ਪਲੇ ਕਰ ਸਕਦੀ, ਪਰ ਆਈ ਐਮ ਨਾਟ, ਠੀਕ ਹੈ। ਮੇਰਾ ਕੰਮ IVF ਸਪੈਸ਼ਲਿਸਟ ਦਾ ਹੈ। ਮੈਂ ਅੱਛੇ ਐਮਬਰੀਓਜ਼ ਤਿਆਰ ਕਰ ਸਕਦੀ ਹਾਂ, ਉਹਨਾਂ ਨੂੰ ਅੱਛੇ ਤਰੀਕੇ ਨਾਲ ਐਮਬਰੀਓ ਟ੍ਰਾਂਸਫਰ ਕਰ ਸਕਦੀ ਹਾਂ, ਠੀਕ ਹੈ। ਹੁਣ ਅਸੀਂ ਲਾਅ ਸਾਨੂੰ ਮੈਂਡੇਟ ਕਰਦਾ ਹੈ ਕਿ ਅਸੀਂ 2 ਤੋਂ ਜ਼ਿਆਦਾ ਐਮਬਰੀਓਜ਼ ਜਾਂ ਬਲਾਸਟੋਸਿਸ ਨਹੀਂ ਰੱਖ ਸਕਦੇ। 1 ਵੀ ਰੱਖ ਸਕਦੇ ਹਾਂ, 2 ਵੀ ਰੱਖ ਸਕਦੇ ਹਾਂ। ਐਜ਼ ਐਨ IVF ਸਪੈਸ਼ਲਿਸਟ ਮੈਂ ਸਕਸੈਸ ਸੋਚਦੀ ਹੈ, ਇੱਕ ਧਾਰਨਾ ਬਣੀ ਹੋਈ ਹੈ, ਜਦੋਂ ਤੁਸੀਂ 2 ਰੱਖਦੇ ਹੋ ਤਾਂ ਜ਼ਿਆਦਾ ਚਾਂਸ ਹੁੰਦੇ ਨੇ। ਸੋ ਅਸੀਂ ਡਬਲ ਐਮਬਰੀਓ ਟ੍ਰਾਂਸਫਰ ਕਰਕੇ ਚੱਲੀਦਾ ਹੈ। ਉਹਦੇ ਵਿੱਚ ਹੁਣ 1 ਚਿਪਕੇਗਾ, 2 ਚਿਪਕ ਜਾਣਗੇ, ਜਾਂ 1 ਵੀ ਨਹੀਂ ਚਿਪਕੇਗਾ। ਆਲਮੋਸਟ ਲਾਈਕ 70% ਦੇ ਵਿੱਚ 1 ਤਾਂ ਚਿਪਕ ਹੀ ਜਾਂਦਾ ਹੈ, 30-40% ਦੇ ਵਿੱਚ 2 ਹੋ ਜਾਂਦੇ ਨੇ। ਲੇਕਿਨ ਉਹ ਮੇਰਾ ਕਮਾਲ ਜਾਂ ਮੇਰੀ ਮਰਜ਼ੀ ਨਹੀਂ ਹੈਗੀ ਕਿ ਮੈਂ ਤੁਹਾਨੂੰ ਟਵਿਨਸ ਦਾਂਗੀ। ਕਿਸੇ ਨੂੰ 30-40% ਨੂੰ ਆ ਜਾਂਦੇ ਨੇ ਟਵਿਨਸ। ਤੇ ਇਹਦਾ ਸਕਸੈਸ ਰੇਸ਼ੋ ਕਿੰਨਾ ਹੋ ਗਿਆ ਪਹਿਲਾਂ ਨਾਲੋਂ? ਮੈਂ ਆਈ ਐਮ ਸ਼ੋਰ ਕਿ ਜ਼ਿਆਦਾ ਹੋਏਗਾ। ਹਾਂ, ਆਲਮੋਸਟ 70 to 80% ਆਫ ਪੇਸ਼ੈਂਟਸ ਜਿਹੜੇ ਹੈ ਉਹ ਫਸਟ ਟਾਈਮ ਦੇ ਵਿੱਚ ਹੀ ਐਟਲੀਸਟ ਬੀਟਾ HCG ਪੋਜ਼ਿਟਿਵ ਹੋ ਜਾਂਦੇ ਨੇ। ਕਿ IVF ਤੋਂ ਹੋਇਆ ਬੱਚਾ
ਓਨਾ ਹੈਲਦੀ ਓਨਾ ਇਮਿਊਨ ਰਹੇਗਾ ਲਾਈਫ ਟਾਈਮ ਤੱਕ ਜਾਂ ਨਹੀਂ ਰਹੇਗਾ? ਬਿਲਕੁਲ IVF ਤੇ ਅੱਜ ਹੁਣ 1 ਜਾਂ 2 ਬੱਚੇ ਨਹੀਂ, ਮਿਲੀਅਨਸ ਆਫ ਬੱਚੇ ਨੇ, ਠੀਕ ਹੈ। 1 ਲੱਖ ਤੋਂ ਉੱਪਰ ਦੀਆਂ ਪ੍ਰੈਗਨੈਂਸੀਜ਼ ਤਾਂ ਅਸੀਂ ਇੰਦਰਾ IVF ਦੇ ਵਿੱਚ ਹੀ ਮਨਾ ਚੁੱਕੇ ਹਾਂ। ਅੱਛਾ, ਠੀਕ ਹੈ 1 ਨਾ? ਲੱਖ? ਹਾਂ, ਬਹੁਤ ਮਤਲਬ ਮਿਲੀਅਨਸ ਆਫ ਬੱਚੇ ਹੈ ਵਰਲਡ ਵਾਈਡ, ਐਂਡ ਕਿਸੇ ਸਟੱਡੀ ਨੇ ਪ੍ਰੂਵ ਨਹੀਂ ਕੀਤਾ ਕਿ ਇਹ ਬੱਚੇ ਜਿਹੜੇ ਇਨ ਐਨੀ ਵੇ ਘੱਟ ਹੈਗੇ ਨੇ ਫਰੋਮ ਨੈਚੁਰਲੀ ਕਨਸੀਵਡ। ਉਲਟਾ ਅਗਰ ਮੈਂ ਇੱਕ IVF ਸਪੈਸ਼ਲਿਸਟ ਦੇ ਤੌਰ ਤੇ ਦੱਸਾਂ, ਅਸੀਂ ਬੈਸਟ ਆਫ ਜੀਨ ਸਿਲੈਕਟ ਕਰਕੇ ਪਾਈਦਾ ਹੈ। ਤੁਸੀਂ ਕਿਸੇ ਵੀ ਉਸ ਕਪਲ ਤੋਂ ਪੁੱਛ ਲਓ ਜਿਹਦੇ IVF ਦੇ ਬੱਚੇ ਨੇ, ਦੇ ਆਰ ਮੋਰ ਸਮਾਰਟ, ਦੇ ਆਰ ਮੋਰ ਪ੍ਰੀਟੀਅਰ ਐਂਡ ਐਵਰੀਥਿੰਗ। ਘੱਟ ਤਾਂ ਬਿਲਕੁਲ ਵੀ ਨਹੀਂ ਹੁੰਦਾ। ਵਿਆਹ ਤੋਂ ਬਾਅਦ ਜਦੋਂ ਪਲੈਨਿੰਗ ਸੋਚਣੀ ਸ਼ੁਰੂ ਕਰਤੀ, ਔਰ ਕਿਹੜਾ ਉਹ ਪੁਆਇੰਟ ਆਂਦਾ ਹੈ ਜਦੋਂ ਲੋਕਾਂ ਨੂੰ ਕਿ ਡਾਕਟਰ ਰੀਮਾ ਨੂੰ ਮਿਲ ਲੈਣਾ ਚਾਹੀਦਾ, ਸ਼ਾਇਦ ਕੁਝ ਗੜਬੜ ਹੈ? ਹਾਂਜੀ, ਦੇਖੋ ਵਿਆਹ ਦੀ ਨਹੀਂ ਰੱਖ ਸਕਦੇ ਕਿਉਂਕਿ ਵਿਆਹ ਤਾਂ ਤੁਸੀਂ 40 ਤੇ ਵੀ ਕਰ ਸਕਦੇ ਹੋ, ਠੀਕ ਹੈ। ਸੋ ਇਫ ਯੂ ਆਰ 30 ਔਰ ਲੈਸ ਦੈਨ 30 ਔਰ ਤੁਸੀਂ 1 ਈਅਰ ਹੋ ਗਿਆ ਤੁਹਾਡਾ, ਠੀਕ ਹੈ, ਟਰਾਈ ਕਰਦਿਆਂ ਨੂੰ, ਪਰ ਨਹੀਂ ਆ ਪਾ ਰਹੀ, ਨਾਓ ਇਜ਼ ਦ ਟਾਈਮ ਕਿ 1 ਸਾਲ ਹੋ ਚੱਲਿਆ, ਹੁਣ ਡਾਕਟਰ ਨੂੰ ਮਿਲ ਲੈਣਾ ਚਾਹੀਦਾ, ਠੀਕ ਹੈ। ਔਰ ਅਗਰ ਤੁਸੀਂ 35 ਐਂਡ ਅਬਵ ਹੋ ਔਰ ਤੁਸੀਂ 6 ਮੰਥਸ ਹੀ ਕਰ ਚੁੱਕੇ ਹੋ ਤਾਂ ਮਤਲਬ ਟਾਈਮ ਪਹਿਲਾਂ ਰੱਖ ਲਓ, ਫਿਰ 6 ਮਹੀਨੇ ਵਿੱਚ ਹੀ ਜਾ ਕੇ ਮਿਲੋ। ਔਰ ਜੇ ਤੁਸੀਂ 40 ਤੋਂ ਵੀ ਉੱਪਰ ਹੋ ਗਏ ਹੋ, ਠੀਕ ਹੈ, ਹੁਣੇ ਵਿਆਹ ਹੋਇਆ ਸਾਲ ਦਾ, ਤਾਂ ਉਹ ਤੋਂ ਵੀ ਫਿਰ ਤੁਸੀਂ 6 ਮਹੀਨਾ ਵੀ ਨਹੀਂ ਵੇਟ ਕਰ ਸਕਦੇ, ਫਿਰ ਤੁਹਾਡਾ ਆਲਰੇਡੀ ਓਵੇਰੀਅਨ ਰਿਜ਼ਰਵ ਚੈਲੰਜਿੰਗ ਹੈ। ਫਿਰ ਜਿੰਨੀ ਯੰਗ ਏਜ ਹੈ ਉਹਨਾਂ ਤੁਸੀਂ ਉਨਾ ਹੀ ਗੈਪ ਪਾ ਸਕਦੇ ਹੋ, ਪਰ 1 ਈਅਰ ਤੋਂ ਉੱਪਰ ਤੱਕ ਕੋਈ ਕਿਤਾਬ ਨਹੀਂ ਕਹਿੰਦੀ। ਥੈਂਕ ਯੂ ਸੋ ਮਚ ਮੈਮ, ਕਿਉਂਕਿ ਜੇ ਤੁਸੀਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਨਾ ਦਿੱਤਾ ਹੁੰਦਾ ਤਾਂ ਮੇਬੀ ਬਹੁਤ ਸਾਰੇ ਅਜਿਹੀਆਂ ਗੱਲਾਂ ਨੇ ਜੋ ਲੋਕ ਆਪਣੇ ਮਨ 'ਚ ਰੱਖ ਲੈਂਦੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਟਾਈਮ ਕੱਢਿਆ, ਕੀਮਤੀ ਟਾਈਮ ਕੱਢਿਆ। ਇਸ ਪੋਡਕਾਸਟ ਦੇ ਵਿੱਚ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ, ਔਰ ਅਖੀਰ ਦੇ ਵਿੱਚ ਮੇਰੀ ਗੁਜ਼ਾਰਿਸ਼ ਵੀ ਰਹੇਗੀ ਉਹਨਾਂ ਸਾਰੇ ਕਪਲਸ ਨੂੰ, ਉਹਨਾਂ ਸਾਰੀਆਂ ਸੱਸਾਂ ਨੂੰ, ਉਹਨਾਂ ਸਾਰੇ ਸੁਸਾਇਟੀ 'ਚ ਰਹਿਣ ਵਾਲੇ ਲੋਕਾਂ ਨੂੰ ਕਿ ਜੋ ਅੱਜ ਦਾ ਕਪਲ ਹੈ, ਜੋ ਡਾਕਟਰ ਸਾਹਿਬ ਨੇ ਕਿਹਾ ਕਿ ਅੱਜ ਦੇ ਕਪਲ ਦੀ ਰਿਕੁਆਇਰਮੈਂਟ, ਅੱਜ ਦੇ ਕਪਲ ਦੀਆਂ ਡਿਊਟੀਜ਼, ਉਹਨਾਂ ਦੇ ਫਰਜ਼ ਅਲੱਗ ਨੇ ਜੋ ਤੁਸੀਂ 1980ਵਿਆਂ 70ਵਿਆਂ 'ਚ ਕਰਦੇ ਹੁੰਦੇ ਸੀ। ਇਸ ਕਰਕੇ ਉਹਨਾਂ ਨਾਲ ਥੋੜ੍ਹੀ ਜਿਹੀ ਇਨਸਾਨੀਅਤ ਦਿਖਾਓ, ਉਹਨਾਂ ਦੇ ਨਾਲ ਖੜੋ, ਤਾਂ ਹੋ ਸਕਦਾ ਹੈ ਕਿ ਉਹਨਾਂ ਦਾ ਰਿਸ਼ਤਾ ਤੇ ਉਹਨਾਂ ਦਾ ਪਰਿਵਾਰ ਟੁੱਟਣ ਤੋਂ ਤੁਸੀਂ ਖੁਦ ਵੀ ਬਚਾ ਸਕੋ। ਇਸ ਕਰਕੇ ਜੋ ਟੈਕਨੋਲੋਜੀ ਆਈ ਹੈ, ਟੈਕਨੋਲੋਜੀ ਨੂੰ ਆਪਣੇ ਫਾਇਦੇ ਲਈ ਵਰਤੋ, ਨਾ ਕਿ ਉਸ ਨੂੰ ਹੀਨ ਭਾਵਨਾ ਦੇ ਨਾਲ ਸੋਚ ਕੇ ਆਪਣੇ ਘਰ 'ਚ ਹੀ ਬੰਦ ਰਹੋ।